पंजाब मॉडल ते दिल्ली मॉडल का बड़ा वड्डा विवाद चल रहा, दोहें तरह च कंपीटीशन है। सत्ता धिर पंजाब की कहती है कि पंजाब का मॉडल बेहद शानदार है, खास तौर पर एजुकेशन के मुद्दे ते पिछले दिनी बहुत वड्डा जिहड़ा कि पोलीटिकल बवाल भी होया। अरविंद केजरीवाल पंजाब आउंदे ने, मनीष सिसोदिया आउंदे ने तां पंजाब के एजुकेशन सिस्टम ते सवाल खड़ा करते हैं। उधरों सिक्ख्या मंत्री प्रगट सिंह होरी अपना तर्क पेश करते हैं। इस वक्त साडे नालों मौजूद ने पंजाब के अध्यापकों के तमाम मसलों ते और पंजाब की सियासत ते और खास तौर पर अरविंद केजरीवाल यानी कि दिल्ली सरकार के इल्जामों ते उन्हां दे नाल असीं गलबात करांगे। प्रगट सिंह जी, बहुत बहुत स्वागत तुहाडा। थैंक यू सर, थैंक यू सोडी साहब। पंजाब मॉडल ते दिल्ली मॉडल का बहुत रौला पिया होया है। दिल्ली वाले जदों पंजाब आउंदे आ तुहानूं घेरदे आ, कहंदे आ भी ना तां तुहाडे स्कूल चजदे आ, ना तुहाडे अध्यापक हैगे आ। अध्यापक सड़कों ते बैठे आ, अरविंद केजरीवाल उन्हां दे नाल आके ते प्रदर्शन 'च भी बैठदे आ। किवें वेखदे हो इस सारे भाणे नूं? एक्चुअली मैं ये ਜਿਹੜੇ ਅਰਵਿੰਦ ਜੀ ਹੈਗੇ ਆ ਔਰ ਸਿਸੋਦੀਆ ਜੀ ਆ, ਮੈਂ ਇਹ ਸਮਝਦਾ ਸੀਗਾ ਵੀ ਸ਼ਾਇਦ ਇਹ ਨਵੇਂ ਤਰੀਕੇ ਦੀ ਕੋਈ ਪੋਲਿਟਿਕਸ ਕਰਨਗੇ, ਸ਼ਾਇਦ ਸਿਆਣੀ ਪੋਲਿਟਿਕਸ ਕਰਨਗੇ, ਪਰ ਮੈਨੂੰ ਲੱਗਦਾ ਇਹ ਉਦੋਂ ਵੀ ਪਿੱਛੇ ਜਾ ਰਹੇ ਆ। ਪਹਿਲੀ ਗੱਲ ਤਾਂ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਉਹ ਇੱਕ ਮੈਟਰੋਪੋਲੀਟਨ ਸਿਟੀ ਆ, ਉਹਦੇ ਡਿਫਰੈਂਟ ਪੈਰਾਮੀਟਰਸ ਹੈ ਔਰ ਪੰਜਾਬ ਇੱਕ ਸੂਬਾ ਆ ਜਿਹਦੇ ਨਾਲ ਸਰਹੱਦ ਵੀ ਲੱਗਦੀ ਆ, ਜਿਹਦੇ ਨਾਲ ਕਈ ਹੋਰ ਸਮੱਸਿਆਵਾਂ ਵੀ ਹੈਗੀਆਂ। ਪੰਜਾਬ ਨਾਲ ਦਿੱਲੀ ਨੇ ਦਿੱਲੀ ਨੇ ਸੈਂਟਰ ਸਰਕਾਰ ਨੇ ਹਮੇਸ਼ਾ ਵਿਤਕਰਾ ਵੀ ਕੀਤਾ, ਕਿਉਂਕਿ ਕੈਪੀਟਲ ਦੇ ਵਿੱਚ ਇਨਵੈਸਟਮੈਂਟ ਵੱਧ ਹੁੰਦੀ ਆ ਹਮੇਸ਼ਾ। ਪੰਜਾਬ ਦੇ ਵਿੱਚ ਜਿੰਨੇ ਸਾਡੇ ਪੈਰਾਮੀਟਰ ਸਾਨੂੰ ਮਿਲਣੇ ਚਾਹੀਦੇ ਸੀ ਉਹ ਵੀ ਨਹੀਂ ਮਿਲੇ। ਚਲੋ ਉਹ ਇੱਕ ਅਲੱਗ ਵਿਸ਼ਾ ਹੈਗਾ। ਬਟ ਜਦੋਂ ਮੈਂ ਐਜੂਕੇਸ਼ਨ ਦੀ ਗੱਲ ਕਰਦਾ, ਜਿਹੜਾ PGI ਸਕੋਰ ਹੈ ਉਹ ਗਵਰਨਮੈਂਟ ਆਫ ਇੰਡੀਆ ਸਰਵੇ ਕਰਦੀ ਆ। ਜਦੋਂ ਅਸੀਂ 23ਵੇਂ ਤੇ ਸੀ ਉਦੋਂ ਤਾਂ ਇਹ ਗੱਲਾਂ ਕਰਦੇ ਸੀਗੇ। ਅੱਜ ਅਸੀਂ ਨੰਬਰ 1 ਹੈ, ਇਹ ਚੌਥੇ ਤੋਂ 6ਵੇਂ ਤੇ ਚਲੇ ਗਏ। ਜਿੱਥੋਂ ਤੱਕ ਟੀਚਰਾਂ ਦਾ ਸਵਾਲ ਹੈ, ਟੀਚਰਾਂ ਦੀ ਸਮੱਸਿਆ ਹੈਗੀ ਆ ਜੀ, ਲੇਕਿਨ ਇਹਨਾਂ ਨਾਲੋਂ ਬਹੁਤ ਘੱਟ। ਇਹਨਾਂ ਦੇ 22,000 ਗੈਸਟ ਫੈਕਲਟੀ ਹੈਗੀ, ਇਹਨਾਂ ਨੇ ਪਿਛਲੇ 7 ਸਾਲਾਂ 'ਚ ਉਹਨੂੰ ਰੈਗੂਲਰ ਨਹੀਂ ਕੀਤਾ। ਮੇਰੇ ਨਾਲ ਨਹੀਂ ਤਾਂ ਇਹ ਜਿੱਥੇ ਮਰਜੀ ਇਸ ਟੌਪਿਕ ਤੇ ਬਹਿਸ ਕਰ ਲੈਣ ਜੀ। ਲੇਕਿਨ ਹਾਂ, ਸਾਡੀ ਕੁਛ ਸਮੱਸਿਆ ਹੈਗੀ ਆ ਉਹਦੀ, ਕਿਉਂਕਿ ਸਾਡੀ 19,000 ਦੀ ਭਰਤੀ ਕੋਟਾਂ ਦੇ ਵਿੱਚ ਹੈਗੀ ਆ। ਅਸੀਂ ਨਵੀਂ ਲਗਭਗ 12,000 ਬੱਚੇ ਹੋਰ ਭਰਤੀ ਕਰਨ ਲੱਗੇ ਆ। ਕਰਨ ਜਾ ਰਹੇ ਹੋ ਭਰਤੀ? ਬਿਲਕੁਲ ਭਰਤੀ ਕਰਨ ਜਾ ਰਹੇ ਹਾਂ ਅਸੀਂ। ਮੇਰਾ ਖਿਆਲ ਹੈ ਵੀ ਆਉਣ ਵਾਲੇ 2-3 ਦਿਨਾਂ 'ਚ ਅਸੀਂ ਉਹਦਾ ਜਿਹੜਾ ਉਹ ਦੇ ਦਾਂਗੇ, ਐਡ ਦੇ ਦਾਂਗੇ। ਰਾਈਟ। ਅੱਛਾ, ਅਸੀਂ ਉਹ ਸਕੂਲ ਵੀ ਹੈਂਡਲ ਕਰਦੇ ਹੈਗੇ ਆ ਜਿਹੜੇ ਸਕੂਲ ਕਿਤੇ ਬੇੜੀਆਂ ਪਾਰ ਹੈਗੀ ਆ, ਦਰਿਆ 'ਚ ਬੇੜੀਆਂ ਵਾਲਾ ਦਰਿਆ ਕਹਿੰਦੇ ਆ, ਉੱਥੋਂ ਵੀ ਅਸੀਂ ਬੇਸਿਕਲੀ ਸਾਡੀ ਜਿਹੜੀ ਔਨਲਾਈਨ ਪਾਲਿਸੀ ਹੈਗੀ ਆ ਉਹਦੇ ਥਰੂ ਅਸੀਂ ਜਿਹੜੀ ਉਹਨਾਂ ਦੀ ਪੋਸਟਿੰਗ ਕਰਦੇ ਆ ਤਾਂ ਕਿ ਉੱਥੇ ਦੇ ਬੱਚੇ ਵੀ ਪੜ੍ਹ ਜਾਣ। ਸੋ ਇਹ ਸਾਰੇ ਪੈਰਾਮੀਟਰ ਦੇ ਹੋਣ ਦੇ ਬਾਵਜੂਦ, ਮੈਟਰੋਪੋਲੀਟਨ ਸਿਟੀ ਹੋਣ ਦੇ ਬਾਵਜੂਦ ਜਿਹੜਾ ਆ ਅਸੀਂ ਨੰਬਰ 1 ਤੇ ਹੈਗੇ ਆ। ਇਹ ਠੀਕ ਆ ਵੀ ਸਾਡੀਆਂ ਕਈ ਬਲੈਕ ਸ਼ੀਪਸ ਜਿਹੜੀਆਂ ਕਾਲੀਆਂ ਭੇਡਾਂ ਜਿਹਨੂੰ ਕਹਿੰਦੇ ਆ ਨਾ, ਜਿਨ੍ਹਾਂ ਨੂੰ ਗੱਲ ਸਮਝੀ ਨਹੀਂ ਹੈ। ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਦੇਖੋ ਸੋਢੀ ਸਾਹਿਬ, ਮੇਰੇ ਕੈਪਟਨ ਅਮਰਿੰਦਰ ਸਿੰਘ ਨਾਲ ਹਰ ਤਰ੍ਹਾਂ ਦੇ ਡਿਫਰੈਂਸ ਆਫ ਓਪੀਨੀਅਨ ਰਹੀ ਹੈ, ਪਰ ਇਸ ਵਿਸ਼ੇ ਤੇ ਮੈਂ ਕਹਿੰਦਾ ਵੀ ਉਹਨਾਂ ਨੇ ਬੇਸਿਕਲੀ ਕੰਮ ਕੀਤਾ ਹੈਗਾ। ਔਰ ਪਿਛਲੇ 4-4.5 ਸਾਲਾਂ ਦੇ ਵਿੱਚ ਜਿਹੜਾ ਆ ਸਾਡਾ ਸੂਬਾ ਨੰਬਰ 1 ਬਣਿਆ ਐਜੂਕੇਸ਼ਨ ਦੇ ਵਿੱਚ। ਔਰ ਉਹਦੇ ਵਿੱਚ ਇਕੱਲੇ ਜਿਹੜਾ ਸਰਕਾਰ ਦਾ ਨਹੀਂ ਰੋਲ ਹੁੰਦਾ, ਕਲੈਕਟਿਵ ਹੁੰਦਾ। ਉਹਦੇ ਵਿੱਚ NRIs ਦਾ ਰੋਲ ਹੈਗਾ, ਉਹਦੇ ਵਿੱਚ ਲੋਕਲ ਪੰਚਾਇਤਾਂ ਦਾ ਰੋਲ ਹੈਗਾ, ਉਹਦੇ ਵਿੱਚ ਟੀਚਰਸ ਦਾ ਰੋਲ ਹੈਗਾ। ਔਰ ਮੈਂ ਸਮਝਦਾ ਟੀਚਰ ਨੇਸ਼ਨ ਨੂੰ ਬਿਲਡਅਪ ਕਰਨ ਵਾਲਾ ਇਨਸਾਨ ਆ, ਕਿਉਂਕਿ ਔਡ ਆਵਰਸ ਦੇ ਵਿੱਚ ਵੀ ਕੰਮ ਕਰਦਾ। ਕਦੀ ਜੇ ਕੋਈ ਵੋਟਾਂ ਬਣਨੀਆਂ ਹੋਣ ਤਾਂ ਟੀਚਰ, ਜੇ ਕੋਈ ਕੁਛ ਹੋਣਾ ਹੋਵੇ ਤਾਂ ਟੀਚਰ। ਮੇਰੇ ਕਹਿਣ ਦਾ ਮਤਲਬ ਬਹੁਤ ਮਿਹਨਤ ਕਰਦੇ ਆ। ਮੈਂ ਤਾਂ ਹੁਣ ਬੜੇ ਕਲੋਜ਼ਲੀ, ਖੈਰ ਕਿਉਂਕਿ ਟੀਚਰ ਤਾਂ ਹਮੇਸ਼ਾ ਤੁਹਾਡਾ ਇੱਕ ਰੋਲ ਮਾਡਲ। ਅਧਿਆਪਕ ਕਹਿੰਦੇ ਮੋਮਬੱਤੀ ਵਰਗਾ ਹੁੰਦਾ, ਆਪ ਸੜੀ ਜਾਂਦਾ ਤੇ ਦੂਜੇ ਨੂੰ ਰੋਸ਼ਨੀ ਪ੍ਰਦਾਨ ਕਰੀ ਜਾਂਦਾ। ਪਰ ਇੱਕ ਚਰਚਾ ਮੰਤਰੀ ਸਾਹਿਬ ਇਹ ਵੀ ਛਿੜਦੀ ਹੈ, ਕਹਿੰਦੇ ਵੀ ਜੇ ਸਾਡੇ ਮੁਲਕ ਦੇ ਅੰਦਰ ਅਧਿਆਪਕ ਵਰਗ ਹੀ ਸੰਤੁਸ਼ਟ ਨਹੀਂ ਹੈ ਤੇ ਨਿਆਣਿਆਂ ਦਾ ਭਵਿੱਖ ਕੀ ਹੋਊਗਾ? ਜਿਨ੍ਹਾਂ ਨੂੰ ਪੜ੍ਹਾਉਣ ਵਾਲਾ ਹੀ ਹਜੇ ਸੰਤੁਸ਼ਟ ਨਹੀਂ ਹੈ, ਉਹੀ ਸੜਕਾਂ ਤੇ ਤੁਰਿਆ ਫਿਰਦਾ ਤੇ ਉਹਨਾਂ ਦੇ ਗਾਂ ਬੱਚੇ ਕੀ ਕਰਨਗੇ? ਸੋਢੀ ਸਾਹਿਬ, ਇਹ 10% ਪ੍ਰੋਬਲਮ ਹੈਗੀ ਆ, 90% ਨਹੀਂ ਹੈਗੀ। ਜਦੋਂ ਤੁਸੀਂ ਓਵਰਆਲ ਦੇਖਦੇ ਨਾ, ਮੈਂ ਇਹਨੂੰ 10% ਪ੍ਰੋਬਲਮ ਗਿਣਦਾ। ਹੁਣ ਮਾਹੌਲ ਐ ਬਣਿਆ ਪਿਆ ਵੀ ਸਾਰਾ ਪੰਜਾਬ ਹੀ ਦੁਖੀ ਹੈ ਟੀਚਰਾਂ ਵਾਲੇ ਮਸਲੇ 'ਚ। ਇੱਦਾਂ ਦੀ ਕੋਈ ਗੱਲ ਨਹੀਂ। ਦੇਖੋ ਜਿਹੜੇ ਬੱਚੇ ਸਾਡੇ ਜਿਹੜੇ ਬੱਚੇ ਸਾਡੇ ਉਸ ਲੈਵਲ ਨੂੰ ਅਚੀਵ ਕਰ ਰਹੇ ਹੈਗੇ ਆ, ਜਿਹੜੇ ਟੀਚਰਸ ਉਹਨੀ ਮਿਹਨਤ, ਮੈਂ ਉਹਨਾਂ ਦਾ ਕਦੀ ਵੀ ਜਿਹੜਾ ਆ ਨਾ ਉਹਨਾਂ ਦੇ ਪ੍ਰਤੀ ਕਿਤੇ ਕੋਈ ਡੈਰੋਗੇਟਰੀ ਵਰਡਸ ਬੋਲ ਸਕਦਾ, ਕਿਉਂਕਿ ਉਹ ਦੇ ਆਰ ਬਿਲਡਰ ਆਫ ਦਾ ਨੇਸ਼ਨਸ। ਇਹ ਠੀਕ ਆ, ਸਾਡੀ 5-10% ਪ੍ਰੋਬਲਮ ਹੈਗੀ ਆ। ਉਹਦੇ ਵਿੱਚੋਂ ਦੇਖੋ ਸਾਡੇ ਕੋਲ ਹੁਣ ਅੱਜ ਦੀ ਤਰੀਕ 'ਚ 31,000 ਪੋਸਟਾਂ ਹੈਗੀਆਂ।
11,880 ਨਵੀਆਂ ਹੈਗੀਆਂ ਜੀ ਤੇ 19,000 ਦੇ ਲਗਭਗ ਜਿਹੜੀਆਂ ਕੋਰਟ ਦੇ ਵਿੱਚ ਹੈਗੀਆਂ। ਐਕਚੁਅਲੀ ਹੋਇਆ ਕੀ ਸੋਢੀ ਸਾਹਿਬ, ਜੇ ਬੈਕਗਰਾਊਂਡ ਦੇ ਦੇਖੋਗੇ, ਸਮੇਂ-ਸਮੇਂ ਤੇ ਇਹਨਾਂ ਨੇ ਰੂਲਾਂ ਦੀ ਡਿਵਰਸ਼ਨ ਕਰਾ ਲਈ। ਉਸ ਰੂਲਾਂ ਦੀ ਡਿਵਰਸ਼ਨ ਕਰਕੇ, ਕਿਉਂਕਿ ਜਿਹੜਾ ਬੱਚਾ ਗਰੀਬਡ ਹੁੰਦਾ ਕੋਰਟ ਦੇ ਵਿੱਚ ਚਲੇ ਜਾਂਦਾ, ਉਹ ਕਹਿੰਦੇ ਜੀ ਦੇਖੋ ਰੂਲ ਤਾਂ ਆਹ ਕਹਿੰਦੇ ਸੀ, ਇਹਨਾਂ ਨੇ ਫਲਾਣੇ ਬੰਦੇ ਨੂੰ ਫਾਇਦਾ ਦੇਣ ਲਈ ਇੱਦਾਂ ਕਰਤਾ, ਰੂਲ ਫੇਰ ਬਦਲ ਗਿਆ। ਅੱਛਾ, ਇਹ ਅੱਜ 21 ਆ, ਇਹ 2011 ਤੋਂ ਔਨਵਰਡ ਮਤਲਬ ਇਹ ਚੱਲ ਰਿਹਾ ਹੈਗਾ, ਪਰ ਇਹ 31 ਵੀ ਆ ਸਕਦਾ, ਇਹ 41 ਵੀ ਆ ਸਕਦਾ ਜੇ ਅਸੀਂ ਇੱਦਾਂ ਹੀ ਸੋਚਾਂਗੇ। ਮੈਂ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ, ਮੈਂ ਕਿਹਾ ਯਾਰ ਆਪਾਂ ਜੋ ਅੱਜ ਦੇ ਰੂਲ ਹੈਗੇ ਆ, ਜਿਹੜੀ ਕੈਟਾਗਰੀ ਲਈ ਜੋ ਰੂਲ ਬਣਿਆ ਹੈਗਾ, ਆਪਾਂ ਉਹਦੇ ਵਿੱਚ ਲਾਅ ਕਰ ਦਈਏ। ਮੈਂ 3-4 ਮਹੀਨਿਆਂ 'ਚ ਇਹ ਭਰਤੀ ਪੂਰੀ ਕਰ ਦੂੰਗਾ। ਉਹਦੇ ਵਿੱਚ ਇਹ ਸਾਰੇ ਹੀ ਲਗਭਗ ਮਸਲੇ, ਹਾਂ 5-7% ਰਹਿਣਗੇ, ਕਿਸੇ ਦਾ ਪ੍ਰਮੋਸ਼ਨ ਦਾ ਹੈਗਾ, ਕਿਸੇ ਦਾ ਕੁਛ ਹੈਗਾ, ਕਿਸੇ ਦਾ ਕੁਛ ਹੈਗਾ। ਜਿਹੜਾ ਰੈਗੂਲਰ ਵਾਲਾ ਰੌਲਾ ਹੈਗਾ ਵੀ ਸਾਨੂੰ ਰੈਗੂਲਰ ਕਰੋ, ਜਾਂ ਜਿਹੜੇ ਕਹਿੰਦੇ ਆ ਵੀ 2011 ਵਾਲੇ ਟੈਟ ਪਾਸ ਸੀਗੇ ਕੁਝ ਕੁ, ਉਹ ਕਹਿੰਦੇ ਸਾਨੂੰ ਰੱਖਿਆ ਹੀ ਨਹੀਂ, ਦੁਬਾਰਾ ਟੈਟ ਹੋਇਆ ਸੀ ਟੈਸਟ। ਇਹਨਾਂ ਦੀ ਆਪਸ ਵਿੱਚ ਕੰਟਰਾਡਿਕਸ਼ਨ ਬਹੁਤ ਆ। ਅਗੇਨ ਦੇਖੋ, ਹੁਣ ਅੱਜ ਜੇ ਕੋਈ 2011 ਦਾ ਸਟਰਗਲ ਕਰ ਰਿਹਾ, ਅੱਜ 2021 ਆ, ਅੱਜ ਉਹਦੇ ਰੂਲ ਬਦਲ ਗਏ। ਹੁਣ ਅੱਜ ਜੇ ਭਰਤੀ ਕਰਾਂਗੇ ਤੇ ਉਹ ਬਦਲੇ ਹੋਏ ਰੂਲਾਂ ਨਾਲ ਕਰ ਸਕਦੇ ਆ, ਉਹ 2011 ਦੇ ਰੂਲਾਂ ਨਾਲ ਨਹੀਂ ਕਰ ਸਕਦੇ। ਦੇਖੋ ਨਾ, ਗੱਲ ਇੱਕ ਆਪਾਂ ਸਮਝ ਲਈਏ, ਕਿਉਂਕਿ ਉਹ ਕਹਿੰਦੇ ਟੈਟ ਦੀ ਪ੍ਰੋਵੀਜ਼ਨ ਰੱਖਿਆ ਸੀ ਵੀ ਟੈਟ ਪਾਸ ਹੋਣਾ ਚਾਹੀਦਾ। ਟੈਟ ਦੇਖੋ, ਗੱਲ ਇਹ ਆ ਵੀ ਟੈਟ ਪਾਸ ਤਾਂ ਕੁਆਲੀਫਿਕੇਸ਼ਨ ਆ, ਉਹਦੇ ਤੋਂ ਫਰਦਰ ਸਾਨੂੰ ਐਗਜ਼ਾਮ ਤਾਂ ਦੇਣਾ ਪਊ। ਮੰਨ ਲਓ ਸਪੋਜ਼ ਮੈਂ ਹਾਕੀ ਪਲੇਅਰ ਆ, ਮੇਰੇ ਨਾਲ ਦੇ ਲੱਖਾਂ ਹਾਕੀ ਪਲੇਅਰ ਸੀਗੇ, ਮੈਂ ਇੰਡੀਆ ਦੀ ਟੀਮ 'ਚ ਆ ਗਿਆ, ਇੰਡੀਆ ਨੂੰ 10 ਸਾਲ ਲੀਡ ਕਰ ਲਿਆ, ਉਹ ਨਹੀਂ ਕਰ ਸਕੇ। ਦੈਟ ਡਜ਼ਨਟ ਮੀਨ ਕਿ ਹਾਂ ਵੀ ਉਹ ਸਾਰੇ ਉਹ ਇੱਦਾਂ ਹੀ ਲੀਡ ਕਰਨਗੇ ਜੀ। ਔਰ ਰੈਗੂਲਰ ਕਰਨ ਵਾਲੀ ਜਿਹੜੀ ਮੰਗ ਹੈਗੀ ਵੀ ਸਾਨੂੰ ਰੈਗੂਲਰ, ਦੇਖੋ ਸਮੇਂ-ਸਮੇਂ ਤੇ ਹੋਇਆ ਕਿ ਗਵਰਨਮੈਂਟ ਆਫ ਇੰਡੀਆ ਨੇ ਅਲੱਗ-ਅਲੱਗ ਸਿਸਟਮ ਦੇ ਵਿੱਚ ਵੀ ਤੁਸੀਂ ਆ 2 ਸਾਲ ਲਈ ਰਮਜ਼ਾ ਵਾਲੇ ਰੱਖ ਲਓ, ਤੁਸੀਂ ਆ 3 ਸਾਲ ਲਈ ਇੰਨੇ ਰੱਖ ਲਓ। ਐਕਚੁਅਲੀ ਉਦੋਂ ਦੀ ਸਰਕਾਰ ਨੇ ਇਹਨੂੰ ਵਿਜ਼ੂਅਲਾਈਜ਼ ਨਹੀਂ ਕੀਤਾ ਵੀ ਇਹਦੀ ਕੰਟੀਨਿਊਟੀ ਕਿੱਦਾਂ ਬਣੂਗੀ ਜੀ। ਉਹ ਜਦੋਂ 2 ਸਾਲ ਲਈ ਰੱਖ ਲਏ, 2 ਸਾਲ ਗਵਰਨਮੈਂਟ ਆਫ ਇੰਡੀਆ ਨੇ ਕੰਟਰੈਕਚੁਅਲ ਟੀਚਰ ਰੱਖ ਲਏ, ਉਹ 2 ਸਾਲਾਂ ਬਾਅਦ ਯੂਨੀਅਨ ਬਣ ਗਈ। ਹੁਣ ਅੱਜ ਜੇ ਆਪਾਂ ਉਹਦੀ ਭਰਤੀ ਕਰਨੀ ਆ, ਉਹਨੂੰ ਅੱਜ ਦੇ ਰੂਲਾਂ ਦੇ ਮੁਤਾਬਕ ਹੀ ਹੋ ਸਕੂਗੀ ਨਾ ਜੀ। ਆਪਣੇ ਦੇਖੋ, ਸਰਕਾਰਾਂ ਕੋਈ ਇੱਦਾਂ ਦਾ ਕੋਈ ਉਹ ਤਾਂ ਹੁੰਦੀਆਂ ਨਹੀਂ ਵੀ ਹਾਂ ਵੀ ਇਹ ਰੂਲਾਂ ਤੋਂ ਬਿਨਾਂ ਹੀ ਸਾਰਾ ਕੁਝ ਕਰ ਦੇਣ ਜੀ। ਬਈ ਰੂਲ ਤਾਂ ਫੋਲੋ ਕਰਨੇ ਪੈਣਗੇ ਨਾ। ਅੱਛਾ, ਰੂਲ ਜਦੋਂ ਫੋਲੋ ਕਰਦੇ ਆ, ਅੱਜ ਦੇ ਪੈਰਾਮੀਟਰਸ ਨੂੰ ਫੋਲੋ ਕਰਦੇ ਆ, ਉਹਦੇ ਵਿੱਚੋਂ ਕੁਝ % ਬੱਚੇ ਜਿਹੜੇ ਨਿਕਲ ਜਾਂਦੇ ਆ। ਚਲੋ, ਇੱਕ ਤੁਹਾਡੇ ਬਾਰ ਮੂਹਰੇ ਬੈਠੇ ਜਿਹੜੇ 180 ਟੀਚਰਾਂ ਵਾਲਾ ਮਸਲਾ ਹੈ, ਇਹਦੇ ਹੱਲ ਸੰਬੰਧੀ ਹੁਣ ਕੀ ਚੱਲ ਰਿਹਾ? ਇਹਦਾ ਤਾਂ ਬੇਸਿਕਲੀ ਦੇਖੋ, ਸਾਡੇ ਕੁਛ ਇਸ਼ੂਜ਼ ਫਾਈਨਾਂਸ ਨਾਲ ਹੈਗੇ ਆ, ਖਾਸ ਕਰਕੇ ਜਿਹੜੇ ਲੈਕਚਰਰ, ਕਾਲਜ ਲੈਕਚਰਰ ਆ, ਜਿਹੜਾ UGC ਦੀਆਂ ਗਾਈਡਲਾਈਨਸ ਦੇ ਮੁਤਾਬਕ ਉਹਨਾਂ ਨੂੰ ਪੇ ਦੀ ਰਿਕਮੈਂਡੇਸ਼ਨ ਹੈਗੀ ਆ, ਇੱਕ ਉਹ ਤੇ ਇੱਕ ਜਿਹੜਾ ਇਹ 180 ਵਾਲਾ, ਇਹ ਬੇਸਿਕਲੀ ਇਹ ਫਾਈਨਾਂਸ ਡਿਪਾਰਟਮੈਂਟ ਦਾ ਕੰਮ ਆ। ਇਹ ਮੈਂ ਤਾਂ ਆਲਰੇਡੀ ਜਿਹੜਾ ਆ ਪੋਜ਼ਿਟਿਵਲੀ ਲਿਖ ਕੇ ਭੇਜ ਚੁੱਕਿਆ ਕਿ ਇਹ ਜਿਹੜਾ ਇਹ ਕੰਮ ਹੋਣਾ ਚਾਹੀਦਾ। ਤੁਸੀਂ ਕਹਿ ਸਕਦੇ ਹੋ ਕਿ ਬਤੌਰ ਸਿੱਖਿਆ ਮੰਤਰੀ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ? ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਡੈਫੀਨੇਟਲੀ ਨਿਭਾਈ ਹੈਗੀ ਆ, ਔਰ ਜੇ ਕੋਈ ਹੋਰ ਵੀ ਕੁਆਰੀ ਹੋਊਗੀ, ਔਰ ਮੈਂ ਉਹਦੇ ਲਈ ਪੋਜ਼ਿਟਿਵ, ਕਿਉਂਕਿ ਮੈਂ ਕਦੀ ਵੀ, ਮੈਂ ਹਮੇਸ਼ਾ ਅੱਧਾ ਗਲਾਸ ਭਰਿਆ ਹੋਇਆ ਦੇਖਦਾ, ਅੱਧਾ ਖਾਲੀ ਨਹੀਂ ਦੇਖਦਾ। ਮੇਰੀ ਇਹ ਪ੍ਰੋਬਲਮ ਵੀ ਹੈਗੀ ਆ, ਕਿਉਂਕਿ ਯੈਸ, ਜਿਹੜੀ ਗੱਲ ਹੋ ਸਕਦੀ ਆ ਉਹ ਤਾਂ ਕਰਨੀ ਚਾਹੀਦੀ ਆ, ਜਿਹੜੀ ਗੱਲ ਨਹੀਂ ਹੋ ਸਕਦੀ ਮੈਂ ਬੜਾ ਫਰਮ ਹੈਗਾ ਕਿ ਇਹ ਨਹੀਂ ਕਰਨੀ ਚਾਹੀਦੀ। ਅਧਿਆਪਕ ਵਰਗ ਦੇ ਵੱਡੇ ਕਿਹੜੇ ਮਸਲੇ ਜਿਹੜੇ ਤੁਸੀਂ ਐਕਨੋਲੇਜ ਕਰਦੇ ਹੋ, ਕੰਸੀਡਰ ਕਰਦੇ ਹੋ ਵੀ ਹਾਂ ਭਾਈ ਇਹਨਾਂ ਤੇ ਮੈਂ ਰਹਿੰਦੇ ਸਮੇਂ 'ਚ ਹੁਣ ਕੰਮ ਕਰਕੇ ਜਾਣਾ? ਨਹੀਂ ਦੇਖੋ, ਇੱਕ ਤਾਂ ਸਾਡੀ ਭਰਤੀ ਆ ਮੇਨ ਮੇਰੇ ਕੋਲ, ਕਿਉਂਕਿ ਕੁਛ ਕਈ ਵਾਰੀ ਹੁੰਦਾ ਵੀ ਤੁਹਾਡੇ ਕੋਲ ਪੋਸਟਾਂ ਹੀ ਹੈ ਨਹੀਂ। ਮੇਰੇ ਕੋਲ ਲਗਭਗ 31,000 ਪੋਸਟਾਂ ਹੈਗੀਆਂ, 11,880 ਤਾਂ ਹੁਣ ਲਈਆਂ, 19,000 ਜਿਹੜੀਆਂ 3 ਕੈਟਾਗਰੀਜ਼ ਅਲੱਗ-ਅਲੱਗ ਆ, ਇੱਕ 23-64 ਆ, ਇੱਕ 66-35 ਆ, ਇੱਕ 83-93 ਆ। ਇਹ ਸਮੇਂ-ਸਮੇਂ ਤੇ ਸਰਕਾਰ ਨੇ ਸੈਂਕਸ਼ਨ ਕੀਤੀਆਂ, ਔਰ ਇਹਨਾਂ ਦੀਆਂ ਲੈਂਥੀ ਡਿਸਕਸ਼ਨ ਤੋਂ ਬਾਅਦ ਹੀ ਸੈਂਕਸ਼ਨ ਕੀਤੀਆਂ ਜੀ। ਲੇਕਿਨ ਅਨਫੋਰਚੂਨੇਟਲੀ ਹੋਇਆ ਕਿ ਉਹਦੇ ਵਿੱਚ ਰੂਲਾਂ ਦੀ ਡਿਵਰਸ਼ਨ ਹੋਈ ਆ। ਜਦੋਂ ਰੂਲਾਂ ਦੀ ਡਿਵਰਸ਼ਨ ਹੋ ਗਈ, ਇਹਨਾਂ ਨੇ ਕਰਵਾ ਲਈ, ਪ੍ਰੈਸ਼ਰ ਨਾਲ ਕਰਾ ਲਈ, ਕਿਸੇ ਤਰ੍ਹਾਂ ਕਰਾ ਲਈ, ਲੇਕਿਨ ਉਹ ਕੋਰਟ 'ਚ ਚੈਲੰਜ ਹੋ ਗਿਆ। ਕੋਰਟ ਕਹਿੰਦੀ ਆ ਵੀ ਤੁਸੀਂ ਸਾਰਿਆਂ ਨੂੰ ਇਕੁਅਲ ਅਪਰਚੁਨਿਟੀ ਦੇਣੀ ਕਿ ਨਹੀਂ ਦੇਣੀ? ਅੱਛਾ, ਦੇਣੀ ਆ ਤੇ ਫਿਰ ਮੰਨ ਲਓ ਇੱਕ ਇੱਦਾਂ ਦੀ ਭਰਤੀ ਵੀ ਹੈਗੀ ਆ ਜਿਹਦੇ ਵਿੱਚ ਅਸੀਂ ਕੀ ਕੀਤਾ, ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਕੰਮ ਕਰਦੇ ਸੀਗੇ, ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ 3 ਸਾਲ ਦਾ ਐਕਸਪੀਰੀਅੰਸ ਬੈਨੀਫਿਟ ਦੇ ਦਿੱਤਾ। ਲੇਕਿਨ ਸਿਮਿਲਰ ਟੀਚਰ ਜੇ ਉਹ ਪ੍ਰਾਈਵੇਟ ਸਕੂਲ 'ਚ ਕਰਦਾ ਸੀ ਤੇ ਸਰਕਾਰ ਦਾ ਮਾਨਤਾ ਪ੍ਰਾਪਤ ਸਕੂਲ ਸੀ, ਉਹਨੂੰ ਨਹੀਂ ਦਿੱਤਾ ਜੀ। ਉਹ ਹੁਣ ਉਹ ਕੋਰਟ 'ਚ ਚਲੇ ਗਏ। ਉਹ ਕਹਿੰਦੇ ਵੀ ਇਹ ਸਰਕਾਰੀ ਲਈ ਕਿਉਂ, ਵੀ ਅਸੀਂ ਵੀ ਤਾਂ ਅਧਿਆਪਕ ਹੀ ਆ, ਅਸੀਂ ਵੀ 3 ਸਾਲ ਤੋਂ ਵੱਧ ਪੜ੍ਹਾਇਆ ਹੈਗਾ, ਅਸੀਂ ਵੀ ਉਹਨਾਂ ਸਕੂਲਾਂ 'ਚ ਪੜ੍ਹਾਇਆ ਜਿਹੜੀ ਸਰਕਾਰ ਨੇ ਮਾਨਤਾ ਦਿੱਤੀ ਹੋਈ ਹੈ। ਵਿਦਨ ਯੂਨੀਅਨ ਕੰਟਰਡਿਕਸ਼ਨ ਹੋ ਰਹੀ ਹੈ, ਵਿਦਨ ਯੂਨੀਅਨ ਕੰਟਰਡਿਕਸ਼ਨ ਹੋ ਰਹੀ ਆ। ਜਿਹੜੀ ਵਿਦਨ ਯੂਨੀਅਨ ਕੰਟਰਡਿਕਸ਼ਨ ਹੋ ਰਹੀ ਆ, ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਬੈਠ ਕੇ ਸੌਰਟ ਆਊਟ ਕਰ ਲਓ। ਮੈਂ ਤਾਂ ਕਈ ਪੱਤਰਕਾਰਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਇਸ ਇਸ਼ੂ ਨੂੰ ਸਮਝੋ, ਆਪਾਂ ਬੇਸਿਕਲੀ ਸਿਰਫ ਖਬਰ ਲਈ ਖਬਰ ਨਾ ਬਣਾਈਏ।
ਆਪਾਂ ਇਸ ਗੱਲ ਨੂੰ ਸਮਝ ਲਈਏ ਵੀ ਯਾਰ ਜਿਹੜੀ ਗੱਲ ਠੀਕ ਹੈਗੀ ਆ, ਮੰਨ ਲਓ ਹੁਣ ਇੱਕ ਬੱਚਾ ਟੈਂਕੀ ਤੇ ਚੜਿਆ ਸੀ, ਉਹਦੇ 21 ਨੰਬਰ ਸੀਗੇ, ਮੈਂ ਪਤਾ ਕਰਾਇਆ, ਅੱਛਾ ਵੀ 21 ਨੰਬਰਾਂ ਵਾਲਿਆਂ ਨੂੰ ਤਾਂ ਨਹੀਂ ਮੈਂ ਦੇ ਸਕਦਾ, ਵੀ ਉਹ 65-70 ਵਾਲਾ ਤਾਂ ਲਵੇ ਜਿਹੜਾ ਮੈਰਿਟ 'ਚ ਆਉਂਦਾ। ਇਹਦਾ ਮਤਲਬ 21 ਵਾਲਾ ਤਾਂ ਫਿਰ ਕਦੀ ਜਿਹੜਾ ਆ ਉਹ ਸਕੂਲੇ ਹੀ ਨਹੀਂ ਗਿਆ, ਉਹ ਤਾਂ ਪਹਿਲਾਂ ਵੀ ਕਿਤੇ ਕੰਧ ਕੁੰਧ ਤੇ ਹੀ ਰਿਹਾ ਹੋਣਾ। ਮੈਂ ਤਾਂ ਨਹੀਂ ਇਹ ਕੰਮ ਕਰਦਾ। ਕਦੀ ਇਸ ਤਰ੍ਹਾਂ ਵੀ ਪ੍ਰਦਰਸ਼ਨਾਂ ਦੇ ਬਹਾਨੇ ਤੁਹਾਨੂੰ ਜੈਨੂਨ ਕੇਸ ਵੀ ਲੱਭੇ ਹੋਣ? ਨਹੀਂ, ਜਿਹੜੀ ਜੈਨੂਅਨ ਗੱਲ ਹੈਗੀ, ਜਿੰਨੀ ਗੱਲ ਮੈਨੂੰ ਸਮਝ ਆਈ ਸੋਢੀ ਸਾਹਿਬ, ਦੇਖੋ ਵੱਡਾ ਮਹਿਕਮਾ ਆ, 2 ਮਹੀਨੇ ਕਿਉਂਕਿ ਮੈਂ ਸਾਰੀਆਂ ਲਗਭਗ ਯੂਨੀਅਨ ਨੂੰ 5-5 7-7 ਵਾਰੀ ਮਿਲ ਲਿਆ, ਮੈਂ ਇਨ ਲੈਂਥ ਹੀ, ਕਈ ਵਾਰੀ ਤਾਂ ਮੈਂ ਇਹ ਵੀ ਹੁੰਦਾ ਕਿ ਮੈਂ ਯਾਰ 10 ਘੰਟੇ ਦੀ 12 ਘੰਟੇ ਦੀ ਮੀਟਿੰਗ ਕਰਕੇ ਅਫਸਰਾਂ ਨਾਲ, ਬੇਸਿਕਲੀ ਜਦੋਂ ਤੁਹਾਡੀ ਇੱਥੋਂ ਰਿਸੀਵ ਕਰਨੋਂ ਹਟ ਜਾਂਦਾ ਸਿਗਨਲ, ਤਾਂ ਫਿਰ ਮੈਂ ਕਹਿੰਦਾ ਯਾਰ ਇਹਨੂੰ ਕੱਲ੍ਹ ਕਰਾਂਗੇ। ਹੁਣ ਕੇਜਰੀਵਾਲ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ? ਕਹਿੰਦੇ ਵੀ ਮੈਂ ਆਇਆ ਤਾਂ ਸਾਰੇ ਪੱਕੇ ਕਰ, ਪਤਾ ਨਹੀਂ, ਇਹ ਤਾਂ ਪਿਓਰਲੀ ਐਕਚੁਅਲੀ ਅਸਲੀ ਗੱਲ ਹੈ, ਪੋਸੀਬਿਲਿਟੀ ਹੈ। ਦੇਖੋ ਬਿਕਰਮ ਮਜੀਠੀਏ ਕੋਲੋਂ ਇਹਨੇ ਸਾਰੇ ਪੰਜਾਬ 'ਚ ਪੋਸਟਰ ਲਵਾਏ ਸੀ ਉਦੋਂ ਆਪ ਦੇ ਜਿੰਨੇ ਵਲੰਟੀਅਰ ਸੀਗੇ ਵੀ ਇਹ ਚਿੱਟੇ ਦਾ ਵਪਾਰੀ ਆ, ਚਿੱਟੇ ਦਾ ਵਪਾਰੀ ਆ, ਠੀਕ ਹੈ ਨਾ। ਇਹ ਆਪ ਤਾਂ ਮਾਫੀ ਮੰਗ ਗਿਆ, ਇਹਦੀ ਕਾਹਦੀ ਗਰੰਟੀ? ਇਹ ਰੋਜ਼ ਇੱਥੇ ਕੋਈ ਨਾ ਕੋਈ ਗਰੰਟੀ ਦੇ ਕੇ ਚਲੇ ਜਾਂਦਾ, ਇਹਦੀ ਕਾਹਦੀ ਗਰੰਟੀ ਯਾਰ? ਤੁਸੀਂ ਗੱਲ ਦਿੱਲੀ ਵਾਲੇ ਇਹਨਾਂ ਦੀ ਗਰੰਟੀ ਬਿਲਕੁਲ ਹੈ ਨਹੀਂ ਗੀ। ਤੁਸੀਂ ਗੱਲ ਛੇੜੀ ਜਿਹੜੀ ਬਿਕਰਮ ਸਿੰਘ ਮਜੀਠੀਆ ਵਾਲੀ, ਇਹ ਤਾਂ ਤੁਹਾਡੀ ਗੱਲ ਨੂੰ ਵੀ ਗੱਲ ਆ ਰਹੀ ਹੈ। ਐਸਕੇ ਸਥਾਨਾਂ ਦਾ ਜਿਹੜਾ ਨੋਟ ਵਾਇਰਲ ਹੁੰਦਾ, ਮੈਂ ਉਸ ਤੋਂ ਬਾਅਦ ਅੱਜ ਗੌਤਮ ਚੀਮਾ ਕਹਿੰਦੇ ਪਿੱਛੇ ਹਟ ਜਾਂਦੇ ਆ, ਤੁਹਾਡੇ ਲਈ ਵੀ ਕਹਿੰਦੇ ਕਿਰਕਰੀ ਬਣੀ ਵੀ ਹੈ ਮਸਲਾ। ਦੇਖੋ ਦੇਖੋ ਇਹ ਉਸ ਮਹਿਕਮੇ ਦੀ ਗੱਲ ਹੈਗੀ ਆ, ਮੈਂ ਇੱਕ ਹੋਰ ਡਿਫਰੈਂਟ ਸੈਂਸ ਦੇ ਵਿੱਚ ਕਹੀ ਹੈਗੀ ਆ, ਬਟ ਯੈਸ ਡੈਫੀਨੇਟਲੀ ਇਹ ਉਸ ਮਹਿਕਮੇ ਨੂੰ, ਹੁਣ ਮੰਨ ਲਓ ਤੁਸੀਂ ਮੈਨੂੰ ਐਜੂਕੇਸ਼ਨ ਬਾਰੇ ਪੁੱਛੋਗੇ ਤਾਂ ਮੈਂ ਆਈ ਐਮ ਆਨਸਰੇਬਲ। ਪਰ ਤੁਸੀਂ ਹੁਣੇ ਕਿਹਾ ਜ਼ਿੰਮੇਵਾਰੀ ਕਲੈਕਟਿਵ ਹੁੰਦੀ ਹੈ, ਸਰਕਾਰ ਦੀ ਵੀ ਕਲੈਕਟਿਵ ਹੈ ਨਾ? ਨਹੀਂ ਹੈਗੀ, ਇਸ਼ੂ ਤਾਂ ਮੰਨਦੇ ਹੋ ਇਹਨੂੰ, ਇਸ਼ੂ ਨੂੰ ਮੰਨਦੇ, ਬਿਲਕੁਲ ਮੰਨਦੇ ਆ, ਇਸ਼ੂ ਮੰਨਦੇ ਹੈਗੇ ਆ। ਇਹ ਤਾਂ ਬੇਸਿਕਲੀ ਦੇਖੋ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਕੋਲ, ਦਿਸ ਇਜ਼ ਬਿਟਵੀਨ ਉਹਨਾਂ ਦੋਨਾਂ ਦੇ ਵਿਚਾਲੇ ਹੈਗੀ ਆ। ਜਦੋਂ ਉਹਨਾਂ ਦੋਨਾਂ ਦੇ ਵਿਚਾਲੇ ਹੈਗੀ ਆ ਤਾਂ ਦੈਨ, ਕਿਉਂਕਿ ਅਸੀਂ ਤਾਂ ਕਈ ਵਾਰੀ ਸ਼ੇਅਰ ਵੀ ਨਹੀਂ ਕਰਦੇ। ਹੁਣ ਕਈ ਵਾਰੀ ਕੀ ਹੁੰਦਾ, ਕਿਉਂਕਿ 2 ਮਹੀਨੇ ਸੀਗੇ, ਇੰਨੀ ਨੱਠ ਭੱਜ ਰਹੀ ਆ ਵੀ ਸ਼ਾਇਦ ਦੂਜੇ ਡਿਪਾਰਟਮੈਂਟ ਬਾਰੇ ਨਹੀਂ ਸ਼ੇਅਰ ਹੋਇਆ, ਪਰ ਹਾਂ ਕਿਤੇ ਜਿਹੜਾ ਕੈਬਨਿਟ ਦੇ ਵਿੱਚ ਅਨਆਫੀਸ਼ੀਅਲੀ ਭਾਵੇਂ ਇਹਨਾਂ ਟੌਪਿਕਸ ਤੇ ਡਿਸਕਸ਼ਨ, ਪਰ ਉਹ ਦੈਟ ਇਜ਼ ਦਾ ਕੰਸਰਨ ਡਿਪਾਰਟਮੈਂਟ ਐਂਡ ਦੈਟ ਇਜ਼ ਦਾ ਕੰਸਰਨ ਮਿਨਿਸਟਰ who has to handle। ਹੁਣ ਚਰਚਾ ਇਹ ਹੁੰਦੀ ਹੈ, ਕਹਿੰਦੇ ਹੁਣ ਤਾਂ ਹੋਮ ਮਿਨਿਸਟਰ ਵੀ ਰੰਧਾਵਾ ਸਾਹਿਬ ਆਪ ਬਣ ਗਏ, ਕਹਿੰਦੇ ਸਭ ਤੋਂ ਵੱਧ ਦਾਬੇ ਰੰਧਾਵਾ ਸਾਹਿਬ ਮਾਰਦੇ ਸੀ ਵੀ ਮੇਰੇ ਹੱਥ 'ਚ ਹੋਵੇ ਤਾਂ ਮੈਂ ਫੜ ਕੇ ਕੱਲ ਨੂੰ ਅੰਦਰ ਕਰ ਦਿਆਂ। ਸਿੱਧੂ ਸਾਹਿਬ ਦਾ ਬਹੁਤ ਵੱਡਾ ਇਹ ਮਸਲਾ ਰਿਹਾ, ਅੱਜ ਵੀ ਹੈਗਾ। ਨਹੀਂ, ਸਿੱਧੂ ਸਾਹਿਬ ਚਲੋ ਬੀਂਗੇ ਪ੍ਰਧਾਨ ਹਮੇਸ਼ਾ ਗੱਲ ਕਰਦੇ ਰਹੇ ਆ, ਉਹ ਹੁਣ ਵੀ ਕਰਦੇ ਹੈਗੇ ਆ, ਬਟ ਇਹਦੀ ਆਨਸਰੇਬਿਲਿਟੀ ਤਾਂ ਰੰਧਾਵਾ ਸਾਹਿਬ ਦੇ ਸਕਦੇ ਆ। ਤੁਹਾਨੂੰ ਲੱਗਦਾ ਸਰਕਾਰ ਤੋਂ ਉਮੀਦ ਹੈ? ਕਿਉਂਕਿ ਪਹਿਲਾਂ ਤਾਂ ਕੈਪਟਨ ਦੇ ਖੇਮੇ 'ਚ ਸਾਰੀਆਂ ਗੱਲਾਂ ਪਾਤੀਆਂ ਵੀ ਰਲੇ ਵੇ ਹੈ, ਹੁਣ ਕੀ ਲੱਗਦਾ ਤੁਹਾਨੂੰ ਇਹ ਮਸਲੇ ਹੱਲ ਹੋ ਜਾਣਗੇ? ਬੇਅਦਬੀ ਵਾਲਾ ਮਸਲਾ ਤੇ ਡਰੱਗ, 2 ਵੱਡੇ ਮੁੱਦੇ ਜਿਹੜੇ ਪਿਛਲੇ ਪੌਣੇ 5 ਸਾਲ ਦੇ ਅੰਦਰ ਰਹੇ ਆ। ਦੇਖੋ ਲੋਕ ਕਹਿੰਦੇ ਵੀ ਸਿਸਟਮ ਵੀ ਚੇਂਜ ਹੋ ਗਿਆ। ਚੀਫ ਮਿਨਿਸਟਰ ਨੂੰ ਔਰ ਹੋਮ ਮਿਨਿਸਟਰ ਨੂੰ ਡੈਫੀਨੇਟਲੀ ਕਿਤੇ ਨਾ ਕਿਤੇ ਪੁੱਛੀਦਾ ਜ਼ਰੂਰ ਹੈਗਾ ਕਿਸੇ ਨਾ ਕਿਸੇ। ਤੁਸੀਂ ਖਰੀ ਜੀ ਗੱਲ ਕਰਦੇ ਹੁੰਦੇ ਆ, ਤੁਹਾਨੂੰ ਲੱਗਦਾ ਕੀ ਹੋ ਜੂ? ਨਹੀਂ, ਜੋ ਇਹ ਕਹਿ ਰਹੇ ਹੈਗੇ ਵੀ ਹੋ ਜੂ ਇਹ, ਸੋ ਦੇ ਆਰ ਵਰਕਿੰਗ ਔਨ ਇਟ, ਕਿਉਂਕਿ ਦੇਖੋ ਕਈ ਵਾਰੀ ਕਈ ਚੀਜ਼ਾਂ ਨੂੰ ਸਮਝਣ ਨੂੰ ਵੀ ਸਮਾਂ ਲੱਗਦਾ। ਇਹ ਵੀ ਇੱਕ ਹੈਗੀ ਤਰਾਸ। ਅਕਾਲੀ ਕਹਿੰਦੇ ਪਰਚਾ ਕਰਨ ਲਈ ਪਰਚਾ ਕੀਤਾ ਜਾ ਰਿਹਾ। ਨਹੀਂ, ਇੱਕ ਇਹ ਵੀ ਤਰਾਸ ਦੀ ਹੈਗੀ ਕਿ ਜਦੋਂ 90 ਦਿਨਾਂ ਦੀ ਸਰਕਾਰ ਹੋਵੇ ਫਿਰ ਬਿਊਰੋਕਰੈਟ ਉਹਨੂੰ ਉਸ ਐਂਗਲ ਨਾਲ ਵੀ ਦੇਖਦਾ ਹੈਗਾ। ਪਰ ਮੈਂ ਬੜਾ ਕਲੀਅਰ ਹਾਂ। ਤੁਸੀਂ ਤਾਂ ਪੁਲਿਸ 'ਚ ਰਹੇ ਹੋ, ਤੁਹਾਨੂੰ ਲੱਗਦਾ ਬਿਨਾਂ ਸਬੂਤ ਤੋਂ ਕੁਝ ਕੀਤਾ ਜਾ ਸਕਦਾ? ਮੈਂ ਬਹੁਤ ਕਲੀਅਰ ਹਾਂ। ਦੇਖੋ ਮੈਂ ਕਹਿੰਦਾ ਸਿਰਫ ਕਿਸੇ ਨੂੰ ਟਾਰਗੇਟ ਕਰਨ ਲਈ ਕੁਝ ਨਹੀਂ ਕਰਨਾ ਚਾਹੀਦਾ। ਲਾਅ ਆਪਣਾ ਕੰਮ ਕਰੇ। ਮੈਂ ਅੱਜ ਤੱਕ ਸੋਢੀ ਸਾਹਿਬ, ਆਪਾਂ ਕਿੰਨੇ ਸਾਲਾਂ ਦੇ ਮਿਲਦੇ ਆ, ਮੈਂ ਅੱਜ ਤੱਕ ਕੋਈ ਇਦਾਂ ਦੀ ਸਟੇਟਮੈਂਟ ਦਿੱਤੀ ਹੋਵੇ? ਮੈਂ ਕਹਿੰਦਾ ਜਿਹੜਾ ਕਰਦਾ ਹੈਗਾ ਉਹਨਾਂ ਉਹਦਾ ਭਾਗੀਦਾਰ ਆ। ਪਰ ਤੁਸੀਂ ਵਰਡ ਬਹੁਤ ਸੀ ਸੈਕਰੀਲਾਈਜ਼ ਵਾਲੇ ਇਸ਼ੂ ਤੇ ਖਾਸ ਤੌਰ ਤੇ। ਨਹੀਂ, ਮੈਂ ਡੈਫੀਨੇਟਲੀ ਬਹੁਤ ਸਾਰੇ ਇੰਟਰਵਿਊ ਤੁਹਾਡੇ ਨਾਲ ਮੈਂ ਕੀਤੇ ਆ, ਤੁਸੀਂ ਇਹੀ ਹਮੇਸ਼ਾ ਗੱਲ, ਤੁਸੀਂ ਕਿਹਾ ਮੇਰੇ ਕਿਹੜਾ ਕੋਈ ਨਿੱਜੀ ਮਸਲੇ ਆ। ਮੈਂ ਤਾਂ ਕਹਿੰਦਾ ਵੀ ਜੇ ਲੋਕਾਂ ਨਾਲ ਜ਼ੁਬਾਨ ਕਰਕੇ ਆਏ ਹੋ। ਮੈਂ ਕਹਿੰਦਾ ਨਿੱਜੀ ਮਸਲਾ ਮੇਰਾ ਕੋਈ ਹੈ ਹੀ ਨਹੀਂਗਾ, ਕਿਸੇ ਨਾਲ ਵੀ ਹੈ ਨਹੀਂਗਾ। ਦੇਖੋ ਹੈਲਦੀ ਡੈਮੋਕ੍ਰੇਸੀ ਜਿਹੜੀ ਆ ਹਮੇਸ਼ਾ ਇੱਕ ਪੋਜ਼ਿਟਿਵ ਰੋਲ ਪਲੇ ਕਰਦੀ ਹੈ। ਮੈਂ ਤਾਂ ਹੈਲਦੀ ਡਿਸਕਸ਼ਨ ਦਾ, ਹੈਲਦੀ ਜਿਹੜੀ ਡੈਮੋਕ੍ਰੇਸੀ ਆ ਉਹਦਾ ਮਤਲਬ ਉਹਦਾ ਹਾਮੀ ਹੈਗਾ ਮੈਂ, ਵੀ ਤਾਂ ਕਿ ਅਸੀਂ ਆਹ ਕਰ ਲਈਏ ਜਾਂ ਨਾ ਕਰੀਏ। ਕਿਉਂਕਿ ਜੇ ਕੋਈ ਉਹਦੇ ਵਿੱਚ ਇਨਵੋਲਵ ਆ ਤੇ ਉਹਨੂੰ ਜ਼ਰੂਰ ਸੇਕ ਲੱਗਣਾ ਚਾਹੀਦਾ, ਚਾਹੇ ਕਿੱਡਾ ਵੀ ਵੱਡੇ ਤੋਂ ਵੱਡਾ ਬੰਦਾ ਹੋਵੇ। ਤੇ ਜੇ ਨਹੀਂ ਹੈਗਾ ਤਾਂ ਫਿਰ ਉਹਨੂੰ ਬੇਸਿਕਲੀ ਮੈਨੂੰ ਲੱਗਦਾ ਵੀ ਇਨਵੈਸਟੀਗੇਟਿੰਗ ਏਜੰਸੀਜ਼ ਨੂੰ ਕਹਿਣਾ ਚਾਹੀਦਾ ਕਿ ਹਾਂ ਵੀ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ। ਇੱਕ ਦੋ ਸਵਾਲ ਸਿਰਫ ਹੋਰ ਹੈ ਐਜੂਕੇਸ਼ਨ ਦੇ ਮਸਲੇ ਤੇ। ਜਦੋਂ ਯੂਥ ਬੈਠਦੀ ਹੈ, ਡਿਸਕਸ਼ਨ ਕਰਦੇ, ਚਾਹੇ ਸਾਡਾ ਪੱਤਰਕਾਰ ਭਾਈਚਾਰਾ ਕਿਉਂ ਨਾ ਹੋਵੇ, ਅਸੀਂ ਇਹ ਗੱਲ ਕਹਿੰਦੇ ਹੁੰਦੇ ਪ੍ਰਗਟ ਜੀ ਕਿ ਜੇ ਸਾਡੇ ਕੋਲ ਰੱਖਣ ਜੋਗੀ ਥਾਂ ਹੀ ਹੈ ਨਹੀਂ, ਫਿਰ ਸਕਿੱਲ ਬੇਸਡ ਡਿਪਲੋਮਾ ਡਿਗਰੀਆਂ ਕਾਹਤੋਂ, ਫਿਰ BEd MEd ਕਿਉਂ, ਲੱਖਾਂ ਰੁਪਇਆ ਖਰਚ ਵੀ ਹੋ ਰਿਹਾ। ਦੇਖੋ ਇਹਦੇ 'ਚ ਸਾਨੂੰ ਬਹੁਤ ਚੇਂਜਸ ਲਿਆਉਣ ਦੀ ਜ਼ਰੂਰਤ ਹੈ। ਮੈਂ ਪਿਛਲੇ ਸਮਿਆਂ ਦੇ ਵਿੱਚ ਸਾਰਿਆਂ ਨਾਲ ਡਿਸਕਸ਼ਨਸ ਕੀਤੀਆਂ। ਇੱਕ ਤਾਂ ਇਹ ਮਿਡ ਆਫ ਦਾ ਸੈਸ਼ਨ ਹੈਗਾ, ਇਹਦੇ 'ਚ ਤਾਂ ਇਮੀਡੀਏਟਲੀ ਕੋਈ ਬਦਲਾਅ ਨਹੀਂ ਹੋ ਸਕਦਾ ਸੀ
ਕਿਉਂਕਿ ਸੈਸ਼ਨ ਦੇ ਮਿਡ ਦੇ ਵਿੱਚ ਤੁਸੀਂ ਕਿਉਂਕਿ ਨਵੇਂ ਕੋਰਸਿਸ ਡਿਜ਼ਾਈਨ ਕਰਨੇ ਉਹਨੂੰ ਸਮਾਂ ਲੱਗਦਾ। ਕਿਉਂਕਿ ਮੈਂ ਵਾਈਸ ਚਾਂਸਲਰ ਵੀ ਬੁਲਾ ਲਿਆ, ਮੈਂ ਜਿੰਨੇ ਵੀ ਐਜੂਕੇਸ਼ਨਿਸਟ ਸੀਗੇ ਸਾਰਿਆਂ ਨੂੰ ਬੁਲਾ ਲਿਆ, ਇੰਡਸਟਰੀਸਟ ਨੂੰ ਬੁਲਾ ਲਿਆ। ਜਿਹੜਾ ਬੱਚਾ ਕਹਿੰਦਾ ਵੀ ਸਾਡੇ ਕੋਲ ਨੌਕਰੀ ਹੈ ਨਹੀਂ, ਇੰਡਸਟਰੀਲਿਸਟ ਕਹਿੰਦਾ ਵੀ ਸਾਡੇ ਕੋਲ ਕੰਮ ਕਰਨ ਵਾਲਾ ਬੱਚਾ ਹੈ ਨਹੀਂ ਜਿਹੜਾ ਸਾਡੀ ਇੰਡਸਟਰੀ ਨੂੰ ਅੱਗੇ ਲੈ ਕੇ ਤੁਰ ਸਕੇ। ਬਿਲਕੁਲ। ਇਹਦਾ ਮਤਲਬ ਅੱਛਾ ਇੰਪਲੋਏਬਿਲਿਟੀ 10 ਤੋਂ 15% ਹੈ। ਇਹਦਾ ਮਤਲਬ ਇਹ ਹੋਇਆ ਕਿ ਕਿਤੇ ਐਜੂਕੇਸ਼ਨ ਦੇ ਉਹਨਾਂ ਕੋਰਸਿਸ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਨੇ ਕੰਮ ਕਰਨਾ ਉਹਦੇ 'ਚ ਗੈਪ ਹੈ। ਉਸ ਗੈਪ ਨੂੰ ਪਲੱਗ ਕਰਨ ਲਈ ਅਸੀਂ ਉਹ ਕੋਰਸਿਸ ਜਿਹੜੇ ਆ ਉਹ ਡਿਜ਼ਾਈਨ ਕਰਵਾ ਰਹੇ ਹਾਂ ਅਲੱਗ-ਅਲੱਗ ਐਜੂਕੇਸ਼ਨਿਸਟ ਕੋਲੋਂ। ਜਿਵੇਂ ਮੈਂ ਤੁਹਾਨੂੰ ਦੱਸ ਦਿੰਦਾ, ਸਾਡੇ ਭਾਈਚਾਰੇ 'ਚ ਪੱਤਰਕਾਰੀ ਦੇ ਖੇਤਰ 'ਚ ਕੰਮ ਕਰਨ ਦੇ ਲਈ ਨਵੇਂ ਨਿਆਣੇ ਮਿਲਦੇ ਹੀ ਨਹੀਂ। ਇਹ ਸੱਚਾਈ ਹੈ। ਮੈਂ ਕਹਿੰਦਾ ਪੰਜਾਬੀ ਵਾਲੇ ਨਹੀਂ ਮਿਲਦੇ। ਲੋਕ ਕਹਿੰਦੇ ਜੌਬ ਨਹੀਂ, ਅਸੀਂ ਕਹਿੰਦੇ ਸਾਡੇ ਕੋਲ ਜੌਬ ਆ ਪਰ ਬੱਚੇ। ਮੈਂ ਤਾਂ ਕਹਿੰਦਾ ਬਹੁਤ ਜਗ੍ਹਾ ਤੇ ਇਹੋ ਜਿਹਾ ਹੋਇਆ। ਮੰਨ ਲਓ ਮੇਰੇ ਕੋਲ ਹੀ ਮੈਂ ਪਿੱਛੇ ਜੇ ਇੱਕ ਡਰਾਈਵਰ ਰੱਖਣਾ ਸੀ, ਮੈਨੂੰ 5 ਪਿੰਡਾਂ 'ਚੋਂ ਇੱਕ ਡਰਾਈਵਰ ਨਹੀਂ ਮਿਲਿਆ। ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਸਕਿਲਡ ਜਿਹੜਾ ਆ, ਸਾਨੂੰ ਜਿਹੜੀ ਬੇਸਿਕਲੀ ਇਹੋ ਜਿਹੇ ਕੋਰਸਿਸ ਡਿਜ਼ਾਈਨ ਕਰਨੇ ਚਾਹੀਦੇ ਆ ਜਿਹਦੇ ਨਾਲ ਅਸੀਂ ਸਮੇਂ ਦਾ ਹਾਣੀ ਬਣਾ ਕੇ ਬੱਚੇ ਨੂੰ ਗਾਂਹ ਤੋਰ ਸਕੀਏ। ਜੀ, ਮੈਂ ਸੋਨੀ ਸਾਹਿਬ ਦੇ ਘਰੇ ਗਿਆ ਸੀ ਜਦੋਂ ਐਜੂਕੇਸ਼ਨ ਮਿਨਿਸਟਰ ਸੀ, ਤੇ ਲਿਖ ਕੇ ਲਾਇਆ ਹੋਇਆ ਸੀ ਬਦਲੀਆਂ ਬੰਦ ਹੈ। ਬਦਲੀਆਂ ਦਾ ਮਸਲਾ ਬਹੁਤ ਵੱਡਾ ਪੰਜਾਬ ਦਾ ਸੰਭਾਵਨਾ ਹੈ। ਬਦਲੀਆਂ ਬਿਲਕੁਲ ਨਹੀਂ ਕਰਨੀਆਂ ਕਿਉਂਕਿ ਇਸ ਸੀਜ਼ਨ ਦੇ ਵਿੱਚ ਬਦਲੀਆਂ ਹੋਣੀਆਂ ਚਾਹੀਦੀਆਂ। ਹਾਂ, ਕੁਝ ਕੁ ਪ੍ਰੋਬਲਮਸ ਹੈਗੀਆਂ, ਉਹਨੂੰ ਕੋਸ਼ਿਸ਼ ਕਰ ਰਹੇ ਕਿ ਇਹਨੂੰ ਸੋਲਵ ਕਰ ਲਈਏ। ਕਈ ਦੂਰ ਜਾਂਦੇ ਉਹ ਬੜੇ ਦੁਖੀ ਹੈ। ਨਹੀਂ ਹੈਗੇ ਆ, ਬਟ ਉਹ ਆਨਲਾਈਨ ਦੇ ਵਿੱਚ ਕਈ ਦੇਖੋ, ਆਨਲਾਈਨ ਦੇ ਵਿੱਚ ਮੈਨੂੰ ਲੱਗਦਾ 90% ਠੀਕ ਗੱਲਾਂ ਹੈਗੀਆਂ, 10% ਉਹਦੀ ਕਰੈਕਸ਼ਨ ਕਰਕੇ ਤਾਂ ਉਹਦਾ ਸੌਫਟਵੇਅਰ ਜਿਹੜਾ ਆ ਉਹ ਫਿਰ ਉਸ ਹਿਸਾਬ ਨਾਲ ਉਹਨੂੰ ਪਿਕ ਕਰਨ ਲੱਗ ਪਊਗਾ ਐਪਲੀਕੇਸ਼ਨਸ ਨੂੰ। ਅਦਰਵਾਈਜ਼ ਕੀ ਹੁੰਦਾ ਕਿ ਜੋ ਸੌਫਟਵੇਅਰ ਨੂੰ ਫੀਡ ਕੀਤਾ ਹੁੰਦਾ ਅਲਟੀਮੇਟਲੀ ਸੌਫਟਵੇਅਰ ਨੇ ਤਾਂ ਉਹੀ ਕੰਮ ਕਰਨਾ ਜੋ ਬੰਦੇ ਨੇ ਉਹਨੂੰ ਸੋਚ ਦਿੱਤੀ ਹੈਗੀ ਆ। ਸੋ ਉਹਦੇ ਲਈ ਥੋੜ੍ਹਾ ਬਹੁਤਾ ਚੇਂਜਸ ਜਿਹੜੀਆਂ ਉਹਦੇ ਤੇ ਵਰਕ ਕਰ ਰਹੇ ਆ ਵੀ ਤਾਂ ਕਿ ਉਹ ਜਿਹੜੀਆਂ ਠੀਕ ਹੋ ਜਾਣ। ਤੇ ਕੁਛ ਕੁ ਇੱਦਾਂ ਦੀ ਇਸ਼ੂਜ਼ ਵੀ ਹੈਗੇ ਆ, ਜਿੱਦਾਂ ਮੰਨ ਲਓ ਬਾਰਡਰ ਏਰੀਏ ਲਈ ਇੱਕ ਬਣਿਆ ਜਿਹੜਾ ਕੈਡਰ ਆ, ਤੇ ਉਹ ਬਾਰਡਰ ਏਰੀਏ ਲਈ ਬਣਿਆ, ਉਹਨੂੰ ਪਤਾ ਹੈਗਾ ਵੀ ਹਾਂ ਵੀ ਮੈਂ 3 ਸਾਲ ਬਾਰਡਰ ਏਰੀਏ ਦੇ ਵਿੱਚ ਹੀ ਨੌਕਰੀ ਕਰਨੀ ਆ ਐਂਡ ਉਹਨੂੰ ਕਰਨੀ ਚਾਹੀਦੀ ਆ ਜੇ ਉਹਨੇ ਉਸ ਲਈ ਜੌਬ ਲਈ ਹੈਗੀ ਆ। ਭਰਤੀ ਹੋਣੇ ਕਿਹੜੇ ਸਕੂਲਾਂ ਦੀ ਪ੍ਰਾਇਮਰੀ ਜਿਹੜੇ ਇਹ ਅਲੱਗ-ਅਲੱਗ ਜਿਹੜੇ ਮੈਂ 2022 ਤੱਕ 31 ਮਾਰਚ 2022 ਤੱਕ ਜਿਹੜੀ ਰਿਟਾਇਰਮੈਂਟ ਵੀ ਹੋਣੀ ਆ ਉਹ ਮੈਂ ਸਾਰੀਆਂ ਪੋਸਟਾਂ ਜਿਹੜੀਆਂ ਲੈ ਕੇ ਉਹਦੀ ਐਡਵਰਟਾਈਜ਼ਮੈਂਟ ਜਿਹੜੀ ਉਹ ਕਰਨ ਲੱਗਿਆ। ਔਰ ਜਿਹੜਾ ਦੂਸਰੇ ਸਾਡੇ ਉਹ ਲਗਭਗ 19,000 ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜਾ ਕੋਰਟਸ ਦੇ ਵਿੱਚ ਹੈਗਾ ਉਹਨੂੰ ਅਸੀਂ ਸੌਰਟ ਆਊਟ ਕਰ ਰਹੇ ਹਾਂ ਵੀ ਤਾਂ ਕਿ ਜੇ ਸਾਰੀਆਂ ਯੂਨੀਅਨ, ਕਿਉਂਕਿ ਇਹਨਾਂ ਦੀ ਜਿਹੜੀ ਆਪਸ ਵਿੱਚ ਕੰਟਰਾਡਿਕਸ਼ਨ ਹੈ। ਹੁਣ ਸਾਡਾ ਇੱਕ ਮਤਲਬ ਜਿਹੜੇ 2364 ਬੱਚਿਆਂ ਦੀ ਭਰਤੀ ਦਾ ਇੱਕ ਸਟਕ ਹੋ ਗਿਆ ਹਾਈ ਕੋਰਟ 'ਚ। ਹੁਣ ਇੱਕ ਐਸੋਸੀਏਸ਼ਨ ਕਹਿੰਦੀ ਆ ਕਿ ਤੁਸੀਂ ਇਹਨੂੰ ਅੱਗੇ ਚੈਲੰਜ ਕਰੋ, ਇੱਕ ਐਸੋਸੀਏਸ਼ਨ ਕਹਿੰਦੀ ਆ ਕਿ ਤੁਸੀਂ ਫਰੈਸ਼ ਜਿਹੜੀ ਇਹਦੀ ਭਰਤੀ ਕਰ ਲਓ, ਅੱਜ ਦੇ ਰੂਲਾਂ ਦੇ ਮੁਤਾਬਕ ਕਰ ਲਓ। ਅੱਛਾ, ਜੇ ਵੀ ਉਹ ਅਸੀਂ ਚੈਲੰਜ ਹੋ ਜਾਂਦੀ ਆ ਤਾਂ ਫਿਰ 5-4 ਸਾਲ ਲੰਘ ਜਾਣਗੇ, ਫਿਰ ਉਹ ਬੱਚੇ ਵਿਚਾਰੇ ਓਵਰਏਜ ਹੋ ਜਾਣਗੇ, ਉਹਨਾਂ ਦੀ ਕੋਈ ਹੋਰ ਸਮੱਸਿਆ ਆ ਜਾਊਗੀ। ਉਦੋਂ ਤੱਕ ਹੋ ਸਕਦਾ ਕਿ ਕਿਉਂਕਿ ਕੰਕਰੈਂਟ ਲਿਸਟ ਆ, ਗਵਰਨਮੈਂਟ ਆਫ ਇੰਡੀਆ ਕੋਈ ਰੂਲ ਹੀ ਹੋਰ ਅਮੈਂਡ ਕਰ ਦੇਵੇ। ਕਈ ਮੁਲਾਜ਼ਮ ਇਹ ਵੀ ਗਿਲਾ ਕਰਦੇ ਆ ਤੁਹਾਡੇ ਨਾਲ, ਕਹਿੰਦੇ ਵੀ ਨੱਕ ਨਾਲੋਂ ਪੂੰਝ ਕੇ ਸਰਕਾਰ ਕਰਨ ਨਾਲ ਲਾਈ ਜਾਂਦੀ ਹੈ। ਕਹਿੰਦੇ ਇੱਕ ਪਾਸੇ ਪੇ ਕਮਿਸ਼ਨ ਦੇ ਰਹੇ ਹੋ, ਦੂਜੇ ਪਾਸੇ ਰੂਰਲ ਭੱਤਾ ਘਟਾਤਾ, ਸਾਡਾ ਇੰਕਰੀਮੈਂਟਸ ਘਟਾਤੇ। ਇਹ ਸੱਚ ਹੈ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਇੱਦਾਂ ਦੀ ਮੇਰੀ ਨੌਲੇਜ 'ਚ ਕੋਈ ਗੱਲ ਨਹੀਂ ਆਈ। ਇੱਦਾਂ ਦੀ ਕੋਈ ਗੱਲ ਹੋਊਗੀ ਤਾਂ ਡੈਫੀਨੇਟਲੀ ਉਹਦੀ ਕਰੈਕਸ਼ਨ ਕਰਾਂਗੇ। ਦੇਖੋ ਮੈਂ ਅਗੇਨ ਛੋਟੀ ਜੀ ਮੈਂ ਬੜਾ ਪੋਜ਼ੀਟਿਵ ਹੈਗਾ ਕਿ ਜਿਹੜੀ ਗੱਲ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਹੈ। ਜਿਹੜੀ ਗੱਲ ਕਈ ਵਾਰੀ ਅਸੀਂ ਅਨਨੈਸੈਸਰਲੀ, ਹੁਣ ਕਈ ਵਾਰੀ ਕੀ ਹੁੰਦਾ, ਹੁਣ ਵੱਡਾ ਡਿਪਾਰਟਮੈਂਟ ਹੈ, ਹੁਣ ਕਈ ਬੰਦੇ ਆਉਂਦੇ ਨੇ ਮੇਰਾ ਜੀ ਇੰਕਰੀਮੈਂਟ ਨਹੀਂ ਲੱਗਾ। ਯਾਰ ਹੁਣ ਇਟ ਇਜ਼ ਨਾਟ ਦਾ ਜੌਬ ਆਫ ਦਾ ਮਿਨਿਸਟਰ। ਤੁਹਾਨੂੰ ਐਂ ਲੱਗਦਾ ਨਹੀਂ ਪ੍ਰਗਟ ਸਿੰਘ ਜੀ ਕਿ ਜੋ ਪੰਜਾਬ ਦੇ ਵਿੱਚ ਐਜੂਕੇਸ਼ਨ ਮਿਨਿਸਟਰੀ ਬਾਰੇ ਚਰਚਾ ਚੱਲਦੀ, ਕਹਿੰਦੇ ਇਹ ਮਰਿਆ ਸੱਪ ਹੈ ਜਿਹਦੇ ਗੱਲ 'ਚ ਪੈ ਗਿਆ, ਕਹਿੰਦੇ ਵੀ ਇਹ ਔਖਾ ਮੈਂ ਇਸ ਕਰਕੇ ਲਿਆ ਹੈਗਾ ਕਿ ਜੇ ਦੇਖੋ 4 ਸੜਕਾਂ ਘੱਟ ਬਣਾ ਲਈਏ, 4 ਪੁਲ ਘੱਟ ਬਣਾ ਲਈਏ, ਦੂਰੋਂ ਹੋ ਕੇ ਆ ਜਾਵਾਂਗੇ, ਪਰ ਜੇ ਇਹਨਾਂ ਨਿਆਣਿਆਂ ਨੂੰ ਸਮੇਂ ਦਾ ਹਾਣੀ ਨਾ ਬਣਾ ਸਕੇ। ਚੈਲੰਜ ਮੰਨਿਆ ਤੁਸੀਂ? ਹਾਂ ਬਿਲਕੁਲ, ਡੈਫੀਨੇਟਲੀ ਮੈਂ ਹਮੇਸ਼ਾ ਚੈਲੰਜ ਲੈਣਾ ਹੈਗਾ। ਮੈਂ ਤਾਂ ਚੈਲੰਜ ਹੀ ਅੱਜ ਤੱਕ ਐਕਸੈਪਟ ਕੀਤੇ, ਹੋਰ ਮੈਂ ਕੀਤਾ ਕੀ ਆ, ਕਿਉਂਕਿ ਮੈਨੂੰ ਮਜ਼ਾ ਆਉਂਦਾ ਇਸ ਲਈ ਵੀ ਯਾਰ ਇਹਦੇ ਵਿੱਚ ਚੈਲੰਜ। ਇਹ ਵੀ ਕਹਿੰਦੇ ਜਿਹੜਾ ਬੰਦਾ ਪੰਜਾਬ 'ਚ ਐਜੂਕੇਸ਼ਨ ਮਿਨਿਸਟਰ ਬਣਦਾ ਉਹ ਹਾਰ ਜਾਂਦਾ। ਉਹ ਵੀ ਕੋਈ ਗੱਲ ਨਹੀਂ, ਜੇ ਮੇਰੀ ਡੈਸਟਨੀ ਇਹ ਹੋਊਗੀ, ਜੇ ਮੇਰੀ ਡੈਸਟਨੀ ਇਹ ਹੋਊਗੀ ਤਾਂ ਫਿਰ ਉਹਨੂੰ ਸੋਢੀ ਸਾਹਿਬ ਨਾਲ ਤੁਸੀਂ ਚੇਂਜ ਕਰ ਸਕਦੇ, ਨਾ ਮੈਂ ਚੇਂਜ ਕਰ ਸਕਦਾ, ਉਹ ਤਾਂ ਕੋਈ ਚੇਂਜ ਨਹੀਂ ਕਰ ਸਕਦਾ। ਮੈਂ ਅੱਜ ਤੱਕ ਜਿੰਨੇ ਕੰਮ ਕੀਤੇ ਆ ਉਹਨੂੰ ਜਿੰਨੀ ਮੇਰੀ ਸਮਝ ਹੈਗੀ ਆ, ਜਿੰਨੀ ਮੇਰੀ ਕਪੈਸਿਟੀ ਹੈਗੀ ਆ, ਮੈਂ ਉਹਦੇ ਮੁਤਾਬਕ ਕੀਤੇ ਆ ਔਰ ਬਾਕੀ ਉਹਦੇ ਉੱਤੇ ਛੱਡ ਦਿੱਤਾ। ਕਿਉਂਕਿ ਐਕਚੁਅਲੀ ਇੱਕ ਡੈਸਟਨੀ ਆ, ਬੰਦੇ ਨੂੰ ਇੱਕ ਗੱਲ ਦੀ ਸਮਝ ਆ ਜਾਣੀ ਚਾਹੀਦੀ ਆ ਕਿ ਉਹਦੇ ਬਿਨਾਂ ਪੱਤਾ ਨਹੀਂ ਹਿਲਦਾ। ਠੀਕ ਹੈ ਨਾ, ਫਿਰ ਉਹਦੇ ਵਿੱਚ ਤੂੰ ਤੇ ਮੈਂ ਵਾਲੀ ਗੱਲ ਹੈ ਨਹੀਂ, ਰਹਿ ਨਹੀਂ ਜਾਂਦੀ, ਉਹਦੇ ਵਿੱਚ ਰਹਿ ਨਹੀਂ ਜਾਂਦੀ। ਕੱਲ ਦੇ ਪ੍ਰੋਗਰਾਮ ਬਾਰੇ ਦੱਸ ਦਿਓ, ਸੀਐਮ ਸਾਹਿਬ ਆ ਰਹੇ ਆ, ਕਿਸ ਸੰਦਰਭ 'ਚ ਹੈ?
ਕੱਲ ਬੇਸਿਕਲੀ ਸਟੇਟ ਲੈਵਲ ਫੰਕਸ਼ਨ ਹੈਗਾ ਸਾਡੇ, ਔਰ ਜਿਹਦੇ ਵਿੱਚ ਸਿੱਧੂ ਸਾਹਿਬ ਵੀ ਆ ਰਹੇ ਆ ਜੀ, ਸੀਐਮ ਸਾਹਿਬ ਵੀ ਆ ਰਹੇ ਆ, ਔਰ ਸਾਡੇ ਕੰਪੇਨ ਕਮੇਟੀ ਦੇ ਚੇਅਰਮੈਨ ਜਾਖੜ ਸਾਹਿਬ ਵੀ ਆ ਰਹੇ ਆ। ਸੋ ਸਾਡੀ ਜਲੰਧਰ ਦੀ ਰੈਲੀ ਆ, ਕਿਉਂਕਿ ਜਲੰਧਰ ਦੀ ਰੈਲੀ ਜਿਹੜੀ ਉਹ ਪੈਂਡਿੰਗ ਸੀਗੀ, ਸੋ ਅਸੀਂ ਉਹ ਕੱਲ ਨੂੰ ਜਿਹੜਾ ਉਹ ਕਰ ਰਹੇ ਆ। ਸਿੱਧੂ ਸਾਹਿਬ ਦਾ ਆਖਰੀ ਸਵਾਲ ਹੈ, ਸਭ ਕੁਝ ਠੀਕ ਚੱਲ ਰਿਹਾ? ਅੱਜ ਵੀ ਅਖਬਾਰਾਂ ਨੇ ਰਿਪੋਰਟ ਕੀਤਾ ਵੀ ਕੱਲ ਵੀ ਕਹਿੰਦੇ ਚੋਣ ਕਮੇਟੀ ਦੀ ਬੈਠਕ 'ਚ ਰੌਲਾ ਰੱਪਾ ਕਾਫੀ ਪੈ ਗਿਆ। ਕੋਈ ਇਹੋ ਜਿਹੀ ਗੱਲ ਨਹੀਂ, ਬਿਲਕੁਲ ਠੀਕ ਠਾਕ ਹੈ। ਅਸੀਂ ਸਾਰੇ ਚੋਣ ਕਮੇਟੀ ਦੇ ਵਿੱਚ ਬੈਠੇ ਸੀ, ਸਾਰਿਆਂ ਨੇ ਆਪਣੇ ਆਪਣੇ ਵਿਊ ਦੇ, ਦੇਖੋ ਮੈਂ ਇਹ ਸਮਝਦਾ ਹੁੰਦਾ ਡੈਮੋਕ੍ਰੇਸੀ ਜਿਹੜੀ ਸਭ ਤੋਂ ਵਧੀਆ ਹੁੰਦੀ ਹੈ ਜਿਹੜਾ ਆਪਣਾ ਵਿਊ ਪੁਆਇੰਟ ਰੱਖੇ, ਜਾਣਾ ਚਾਹੀਦਾ, ਨਹੀਂ ਤਾਂ ਉਹ ਡੈਡ ਵੁੱਡ ਹੁੰਦੀ ਆ। ਮੈਂ ਨਹੀਂ ਸਮਝਦਾ ਖਾਸ ਤੌਰ ਤੇ ਜਿਹੜੀ ਬੰਦ ਕਮਰਾ ਬੈਠਕ ਉੱਥੇ ਤਾਂ ਇਹ ਚਰਚਾ ਹੋਣੀ, ਹਾਂ ਬਿਲਕੁਲ ਹੋਣੀ ਚਾਹੀਦੀ ਹੈ। ਮੈਂ ਤਾਂ ਜਦੋਂ ਅਸੀਂ ਸਪੋਰਟਸ ਦੀ ਕਿਤੇ ਡਿਸਕਸ਼ਨ ਕਰਦੇ ਹੁੰਦੇ ਸੀ ਤਾਂ ਅਸੀਂ ਤਾਂ ਗਾਲੋ ਗਾਲੀ ਵੀ ਹੋ ਲੈਂਦੇ ਸੀ, ਏਡੀ ਕਿਹੜੀ ਗੱਲ ਹੈ। ਯੈਸ, ਕਿਉਂਕਿ ਉਹ ਸਪਿਰਿਟ ਹੋਣੀ ਚਾਹੀਦੀ, ਉਹਦੇ ਨਾਲ ਉਹ ਸਪਿਰਿਟ ਬਣਦੀ ਆ। ਤੁਹਾਡਾ ਵਿਊ ਪੁਆਇੰਟ ਤੁਸੀਂ ਇੱਕ ਨਜ਼ਰੀਏ ਤੋਂ ਦੇਖਦੇ ਆ, ਮੇਰਾ ਵਿਊ ਪੁਆਇੰਟ ਮੈਂ ਇੱਕ ਨਜ਼ਰੀਏ ਤੋਂ ਦੇਖਦਾ। ਜਦੋਂ ਉਹਦੇ ਚੋਂ ਕਲੈਕਟਿਵ ਹੁੰਦੀ ਆ ਤਾਂ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਪਿਕ ਹੋ ਕੇ, ਜੇ ਤੁਸੀਂ ਕਹੋਗੇ ਜੀ ਸਾਰਾ ਕੁਝ ਠੀਕ ਹੈ, ਮੈਂ ਕਹੂੰਗਾ ਜੀ ਸਾਰਾ ਕੁਝ ਠੀਕ ਹੈ, ਪਰ ਸਾਰਾ ਕੁਝ ਠੀਕ ਨਹੀਂ ਹੁੰਦਾ ਜੀ। ਇਟ ਇਜ਼ ਆਨਗੋਇੰਗ ਪ੍ਰੋਸੈਸ ਡੈਫੀਨੇਟਲੀ। ਸੋ ਇਹਦੇ ਵਿੱਚ ਸਾਨੂੰ ਇਦਾਂ ਦੇ ਡਿਸੀਜਨ ਜਿਹੜੇ ਲੈਣ ਦੀ ਜ਼ਰੂਰਤ ਹੈਗੀ। ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਲਈ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਪੰਜਾਬ ਦੀ ਸਿਆਸਤ 'ਚ ਇਨੀ ਦਿਨੀ ਪੰਜਾਬ ਮਾਡਲ ਤੇ ਦਿੱਲੀ ਮਾਡਲ ਦਾ ਬੜਾ ਵੱਡਾ ਵਿਵਾਦ ਚੱਲ ਰਿਹਾ। ਦੋਹੇ ਤਰ੍ਹਾਂ 'ਚ ਕੰਪੀਟੀਸ਼ਨ ਹੈ। ਸੱਤਾ ਧਿਰ ਪੰਜਾਬ ਦੀ ਕਹਿੰਦੀ ਹੈ ਕਿ ਪੰਜਾਬ ਦਾ ਮਾਡਲ ਬੇहद ਸ਼ਾਨਦਾਰ ਹੈ। ਖਾਸ ਤੌਰ ਤੇ ਐਜੂਕੇਸ਼ਨ ਦੇ ਮੁੱਦੇ ਤੇ ਪਿਛਲੇ ਦਿਨੀ ਬਹੁਤ ਵੱਡਾ ਜਿਹੜਾ ਕਿ ਪੋਲੀਟੀਕਲ ਬਵਾਲ ਵੀ ਹੋਇਆ। ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ, ਮਨੀਸ਼ ਸਿਸੋਦੀਆ ਆਉਂਦੇ ਨੇ ਤਾਂ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ ਸਵਾਲ ਖੜਾ ਕਰਦੇ ਨੇ। ਉਧਰੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਰੀ ਆਪਣਾ ਤਰਕ ਪੇਸ਼ ਕਰਦੇ ਨੇ। ਇਸ ਵਕਤ ਸਾਡੇ ਨਾਲੋਂ ਮੌਜੂਦ ਨੇ ਪੰਜਾਬ ਦੇ ਅਧਿਆਪਕਾਂ ਦੇ तमाम ਮਸਲਿਆਂ ਤੇ ਔਰ ਪੰਜਾਬ ਦੀ ਸਿਆਸਤ ਤੇ ਔਰ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਯਾਨੀ ਕਿ ਦਿੱਲੀ ਸਰਕਾਰ ਦੇ ਇਲਜ਼ਾਮਾਂ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਪ੍ਰਗਟ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਸਰ। ਥੈਂਕ ਯੂ ਸੋਢੀ ਸਾਹਿਬ। ਪੰਜਾਬ ਮਾਡਲ ਤੇ ਦਿੱਲੀ ਮਾਡਲ ਦਾ ਬਹੁਤ ਰੌਲਾ ਪਿਆ ਹੋਇਆ ਹੈ। ਦਿੱਲੀ ਵਾਲੇ ਜਦੋਂ ਪੰਜਾਬ ਆਉਂਦੇ ਆ ਤੁਹਾਨੂੰ ਘੇਰਦੇ ਆ, ਕਹਿੰਦੇ ਆ ਵੀ ਨਾ ਤਾਂ ਤੁਹਾਡੇ ਸਕੂਲ ਚੱਜਦੇ ਆ, ਨਾ ਤੁਹਾਡੇ ਅਧਿਆਪਕ ਹੈਗੇ ਆ, ਅਧਿਆਪਕ ਸੜਕਾਂ ਤੇ ਬੈਠੇ ਆ। ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਆ ਕੇ ਤੇ ਪ੍ਰਦਰਸ਼ਨ 'ਚ ਵੀ ਬੈਠਦੇ ਆ। ਕਿਵੇਂ ਵੇਖਦੇ ਹੋ ਇਸ ਸਾਰੇ ਭਾਣੇ ਨੂੰ? ਐਕਚੁਅਲੀ ਮੈਂ ਇਹ ਜਿਹੜੇ ਅਰਵਿੰਦ ਜੀ ਹੈਗੇ ਆ ਔਰ ਸਿਸੋਦੀਆ ਜੀ ਆ, ਮੈਂ ਇਹ ਸਮਝਦਾ ਸੀਗਾ ਵੀ ਸ਼ਾਇਦ ਇਹ ਨਵੇਂ ਤਰੀਕੇ ਦੀ ਕੋਈ ਪੋਲਿਟਿਕਸ ਕਰਨਗੇ, ਸ਼ਾਇਦ ਸਿਆਣੀ ਪੋਲਿਟਿਕਸ ਕਰਨਗੇ, ਪਰ ਮੈਨੂੰ ਲੱਗਦਾ ਇਹ ਉਦੋਂ ਵੀ ਪਿੱਛੇ ਜਾ ਰਹੇ ਆ। ਪਹਿਲੀ ਗੱਲ ਤਾਂ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਉਹ ਇੱਕ ਮੈਟਰੋਪੋਲੀਟਨ ਸਿਟੀ ਆ, ਉਹਦੇ ਡਿਫਰੈਂਟ ਪੈਰਾਮੀਟਰਸ ਹੈ, ਔਰ ਪੰਜਾਬ ਇੱਕ ਸੂਬਾ ਆ ਜਿਹਦੇ ਨਾਲ ਸਰਹੱਦ ਵੀ ਲੱਗਦੀ ਆ, ਜਿਹਦੇ ਨਾਲ ਕਈ ਹੋਰ ਸਮੱਸਿਆਵਾਂ ਵੀ ਹੈਗੀਆਂ। ਪੰਜਾਬ ਨਾਲ ਦਿੱਲੀ ਨੇ ਸੈਂਟਰ ਸਰਕਾਰ ਨੇ ਹਮੇਸ਼ਾ ਵਿਤਕਰਾ ਵੀ ਕੀਤਾ, ਕਿਉਂਕਿ ਕੈਪੀਟਲ ਦੇ ਵਿੱਚ ਇਨਵੈਸਟਮੈਂਟ ਵੱਧ ਹੁੰਦੀ ਆ ਹਮੇਸ਼ਾ। ਪੰਜਾਬ ਦੇ ਵਿੱਚ ਜਿੰਨੇ ਸਾਡੇ ਪੈਰਾਮੀਟਰ ਸਾਨੂੰ ਮਿਲਣੇ ਚਾਹੀਦੇ ਸੀ ਉਹ ਵੀ ਨਹੀਂ ਮਿਲੇ। ਚਲੋ ਉਹ ਇੱਕ ਅਲੱਗ ਵਿਸ਼ਾ ਹੈਗਾ। ਬਟ ਜਦੋਂ ਮੈਂ ਐਜੂਕੇਸ਼ਨ ਦੀ ਗੱਲ ਕਰਦਾ, ਜਿਹੜਾ PGI ਸਕੋਰ ਹੈ ਉਹ ਗਵਰਨਮੈਂਟ ਆਫ ਇੰਡੀਆ ਸਰਵੇ ਕਰਦੀ ਆ। ਜਦੋਂ ਅਸੀਂ 23ਵੇਂ ਤੇ ਸੀ ਉਦੋਂ ਤਾਂ ਇਹ ਗੱਲਾਂ ਕਰਦੇ ਸੀਗੇ। ਅੱਜ ਅਸੀਂ ਨੰਬਰ 1 ਹੈ, ਇਹ ਚੌਥੇ ਤੋਂ 6ਵੇਂ ਤੇ ਚਲੇ ਗਏ। ਜਿੱਥੋਂ ਤੱਕ ਟੀਚਰਾਂ ਦਾ ਸਵਾਲ ਹੈ, ਟੀਚਰਾਂ ਦੀ ਸਮੱਸਿਆ ਹੈਗੀ ਆ ਜੀ, ਲੇਕਿਨ ਇਹਨਾਂ ਨਾਲੋਂ ਬਹੁਤ ਘੱਟ। ਇਹਨਾਂ ਦੇ 22,000 ਗੈਸਟ ਫੈਕਲਟੀ ਹੈਗੀ। ਇਹਨਾਂ ਨੇ ਪਿਛਲੇ 7 ਸਾਲਾਂ 'ਚ ਉਹਨੂੰ ਰੈਗੂਲਰ ਨਹੀਂ ਕੀਤਾ। ਮਿਰਨਾ ਨਹੀਂ ਤਾਂ ਇਹ ਜਿੱਥੇ ਮਰਜੀ ਇਸ ਟੌਪਿਕ ਤੇ ਬਹਿਸ ਕਰ ਲੈਣ ਜੀ। ਲੇਕਿਨ ਹਾਂ, ਸਾਡੀ ਕੁਝ ਸਮੱਸਿਆ ਹੈਗੀ ਆ ਉਹਦੀ, ਕਿਉਂਕਿ ਸਾਡੀ 19,000 ਦੀ ਭਰਤੀ ਕੋਟਾਂ ਦੇ ਵਿੱਚ ਹੈਗੀ ਆ। ਅਸੀਂ ਨਵੀਂ ਲਗਭਗ 12,000 ਬੱਚੇ ਹੋਰ ਭਰਤੀ ਕਰਨ ਲੱਗੇ ਆ। ਕਰਨ ਜਾ ਰਹੇ ਹੋ ਭਰਤੀ? ਬਿਲਕੁਲ ਭਰਤੀ ਕਰਨ ਜਾ ਰਹੇ ਹਾਂ ਅਸੀਂ। ਮੇਰਾ ਖਿਆਲ ਹੈ ਵੀ ਆਉਣ ਵਾਲੇ 2-3 ਦਿਨਾਂ 'ਚ ਅਸੀਂ ਉਹਦਾ ਜਿਹੜਾ ਉਹ ਦੇ ਦਾਂਗੇ, ਐਡ ਦੇ ਦਾਂਗੇ। ਰਾਈਟ। ਅੱਛਾ, ਅਸੀਂ ਉਹ ਸਕੂਲ ਵੀ ਹੈਂਡਲ ਕਰਦੇ ਹੈਗੇ ਆ ਜਿਹੜੇ ਸਕੂਲ ਕਿਤੇ ਬੇੜੀਆਂ ਪਾਰ ਹੈਗੀ ਆ, ਮਤਲਬ ਦਰਿਆ 'ਚ ਬੇੜੀਆਂ ਵਾਲਾ ਦਰਿਆ ਕਹਿੰਦੇ ਆ, ਉੱਥੋਂ ਵੀ ਅਸੀਂ ਬੇਸਿਕਲੀ ਸਾਡੀ ਜਿਹੜੀ ਆਨਲਾਈਨ ਪਾਲਿਸੀ ਹੈਗੀ ਆ ਉਹਦੇ ਥਰੂ ਅਸੀਂ ਜਿਹੜੀ ਉਹਨਾਂ ਦੀ ਪੋਸਟਿੰਗ ਕਰਦੇ ਆ ਤਾਂ ਕਿ ਉੱਥੇ ਦੇ ਬੱਚੇ ਵੀ ਪੜ੍ਹ ਜਾਣ। ਸੋ ਇਹ ਸਾਰੇ ਪੈਰਾਮੀਟਰ ਦੇ ਹੋਣ ਦੇ ਬਾਵਜੂਦ, ਮੈਟਰੋਪੋਲੀਟਨ ਸਿਟੀ ਹੋਣ ਦੇ ਬਾਵਜੂਦ ਜਿਹੜਾ ਆ ਅਸੀਂ ਨੰਬਰ 1 ਤੇ ਹੈਗੇ ਆ। ਇਹ ਠੀਕ ਆ ਵੀ ਸਾਡੀਆਂ ਕਈ ਬਲੈਕ ਸ਼ੀਪਸ ਜਿਹੜੀਆਂ ਕਾਲੀਆਂ ਭੇਡਾਂ ਜਿਹਨੂੰ ਕਹਿੰਦੇ ਆ ਨਾ, ਜਿਨ੍ਹਾਂ ਨੂੰ ਗੱਲ ਸਮਝੀ ਨਹੀਂ ਹੈ, ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਦੇਖੋ ਸੋਢੀ ਸਾਹਿਬ, ਮੇਰੇ ਕੈਪਟਨ ਅਮਰਿੰਦਰ ਸਿੰਘ ਨਾਲ ਹਰ ਤਰ੍ਹਾਂ ਦੇ ਡਿਫਰੈਂਸ ਆਫ ਓਪੀਨੀਅਨ ਰਹੀ ਆ, ਪਰ ਇਸ ਵਿਸ਼ੇ ਤੇ ਮੈਂ ਕਹਿੰਦਾ ਵੀ ਉਹਨਾਂ ਨੇ ਬੇਸਿਕਲੀ ਕੰਮ ਕੀਤਾ ਹੈਗਾ। ਔਰ ਪਿਛਲੇ 4-4.5 ਸਾਲਾਂ ਦੇ ਵਿੱਚ ਜਿਹੜਾ ਆ ਸਾਡਾ ਸੂਬਾ ਨੰਬਰ 1 ਬਣਿਆ ਐਜੂਕੇਸ਼ਨ ਦੇ ਵਿੱਚ। ਔਰ ਉਹਦੇ ਵਿੱਚ ਇਕੱਲੇ ਜਿਹੜਾ ਸਰਕਾਰ ਦਾ ਨਹੀਂ ਰੋਲ ਹੁੰਦਾ, ਕਲੈਕਟਿਵ ਹੁੰਦਾ। ਉਹਦੇ ਵਿੱਚ NRIs ਦਾ ਰੋਲ ਹੈਗਾ, ਉਹਦੇ ਵਿੱਚ ਲੋਕਲ ਪੰਚਾਇਤਾਂ ਦਾ ਰੋਲ ਹੈਗਾ, ਉਹਦੇ ਵਿੱਚ ਟੀਚਰਸ ਦਾ ਰੋਲ ਹੈਗਾ। ਔਰ ਮੈਂ ਸਮਝਦਾ ਟੀਚਰ ਨੇਸ਼ਨ ਨੂੰ ਬਿਲਡ ਅਪ ਕਰਨ ਵਾਲਾ
ਇਨਸਾਨ ਆ, ਕਿਉਂਕਿ ਔਡ ਆਵਰਸ ਦੇ ਵਿੱਚ ਵੀ ਕੰਮ ਕਰਦਾ। ਕਦੀ ਜੇ ਕੋਈ ਵੋਟਾਂ ਬਣਨੀਆਂ ਹੋਣ ਤਾਂ ਟੀਚਰ, ਜੇ ਕੋਈ ਕੁਛ ਹੋਣਾ ਹੋਵੇ ਤਾਂ ਟੀਚਰ। ਮੇਰੇ ਕਹਿਣ ਦਾ ਮਤਲਬ ਬਹੁਤ ਮਿਹਨਤ ਕਰਦੇ ਆ। ਮੈਂ ਤਾਂ ਹੁਣ ਬੜੇ ਕਲੋਜ਼ਲੀ, ਖੈਰ ਕਿਉਂਕਿ ਟੀਚਰ ਤਾਂ ਹਮੇਸ਼ਾ ਤੁਹਾਡਾ ਇੱਕ ਰੋਲ ਮਾਡਲ ਹੁੰਦਾ। ਅਧਿਆਪਕ ਕਹਿੰਦੇ ਮੋਮਬੱਤੀ ਵਰਗਾ ਹੁੰਦਾ, ਆਪ ਸੜੀ ਜਾਂਦਾ ਤੇ ਦੂਜੇ ਨੂੰ ਰੋਸ਼ਨੀ ਪ੍ਰਦਾਨ ਕਰੀ ਜਾਂਦਾ। ਪਰ ਇੱਕ ਚਰਚਾ ਮੰਤਰੀ ਸਾਹਿਬ ਇਹ ਵੀ ਛਿੜਦੀ ਹੈ, ਕਹਿੰਦੇ ਵੀ ਜੇ ਸਾਡੇ ਮੁਲਕ ਦੇ ਅੰਦਰ ਅਧਿਆਪਕ ਵਰਗ ਹੀ ਸੰਤੁਸ਼ਟ ਨਹੀਂ ਹੈ ਤੇ ਨਿਆਣਿਆਂ ਦਾ ਭਵਿੱਖ ਕੀ ਹੋਊਗਾ? ਜਿਨ੍ਹਾਂ ਨੂੰ ਪੜ੍ਹਾਉਣ ਵਾਲਾ ਹੀ ਹਜੇ ਸੰਤੁਸ਼ਟ ਨਹੀਂ ਹੈ, ਉਹੀ ਸੜਕਾਂ ਤੇ ਤੁਰਿਆ ਫਿਰਦਾ, ਤੇ ਉਹਨਾਂ ਦੇ ਗਾਂ ਬੱਚੇ ਕੀ ਕਰਨਗੇ? ਸੋਢੀ ਸਾਹਿਬ, ਇਹ 10% ਪ੍ਰੋਬਲਮ ਹੈਗੀ ਆ, 90% ਨਹੀਂ ਹੈਗੀ। ਜਦੋਂ ਤੁਸੀਂ ਓਵਰਆਲ ਦੇਖਦੇ ਨਾ, ਮੈਂ ਇਹਨੂੰ 10% ਪ੍ਰੋਬਲਮ ਗਿਣਦਾ। ਹੁਣ ਮਾਹੌਲ ਐ ਬਣਿਆ ਪਿਆ ਵੀ ਸਾਰਾ ਪੰਜਾਬ ਹੀ ਦੁਖੀ ਹੈ ਟੀਚਰਾਂ ਵਾਲੇ ਮਸਲੇ 'ਚ। ਇੱਦਾਂ ਦੀ ਕੋਈ ਗੱਲ ਨਹੀਂ। ਦੇਖੋ, ਜਿਹੜੇ ਬੱਚੇ ਸਾਡੇ ਜਿਹੜੇ ਬੱਚੇ ਸਾਡੇ ਉਸ ਲੈਵਲ ਨੂੰ ਅਚੀਵ ਕਰ ਰਹੇ ਹੈਗੇ ਆ, ਜਿਹੜੇ ਟੀਚਰਸ ਉਹਨੀ ਮਿਹਨਤ, ਮੈਂ ਉਹਨਾਂ ਦਾ ਕਦੀ ਵੀ ਜਿਹੜਾ ਆ ਨਾ ਉਹਨਾਂ ਦੇ ਪ੍ਰਤੀ ਕਿਤੇ ਕੋਈ ਡੈਰੋਗੇਟਰੀ ਵਰਡਸ ਬੋਲ ਸਕਦਾ, ਕਿਉਂਕਿ ਉਹ ਦੇ ਆਰ ਬਿਲਡਰ ਆਫ ਦਾ ਨੇਸ਼ਨਸ। ਇਹ ਠੀਕ ਆ, ਸਾਡੀ 5-10% ਪ੍ਰੋਬਲਮ ਹੈਗੀ ਆ। ਉਹਦੇ ਵਿੱਚੋਂ ਦੇਖੋ, ਸਾਡੇ ਕੋਲ ਹੁਣ ਅੱਜ ਦੀ ਤਰੀਕ 'ਚ 31,000 ਪੋਸਟਾਂ ਹੈਗੀਆਂ, 11,880 ਨਵੀਆਂ ਹੈਗੀਆਂ ਜੀ, ਤੇ 19,000 ਦੇ ਲਗਭਗ ਜਿਹੜੀਆਂ ਕੋਰਟ ਦੇ ਵਿੱਚ ਹੈਗੀਆਂ। ਐਕਚੁਅਲੀ ਹੋਇਆ ਕੀ ਸੋਢੀ ਸਾਹਿਬ, ਜੇ ਬੈਕਗਰਾਊਂਡ ਦੇ ਦੇਖੋਗੇ, ਸਮੇਂ-ਸਮੇਂ ਤੇ ਇਹਨਾਂ ਨੇ ਰੂਲਾਂ ਦੀ ਡਿਵਰਸ਼ਨ ਕਰਾ ਲਈ। ਉਸ ਰੂਲਾਂ ਦੀ ਡਿਵਰਸ਼ਨ ਕਰਕੇ, ਕਿਉਂਕਿ ਜਿਹੜਾ ਬੱਚਾ ਅਗਰੀਵਡ ਹੁੰਦਾ ਕੋਰਟ ਦੇ ਵਿੱਚ ਚਲੇ ਜਾਂਦਾ। ਉਹ ਕਹਿੰਦੇ ਜੀ ਦੇਖੋ, ਰੂਲ ਤਾਂ ਆਹ ਕਹਿੰਦੇ ਸੀ, ਇਹਨਾਂ ਨੇ ਫਲਾਨੇ ਬੰਦੇ ਨੂੰ ਫਾਇਦਾ ਦੇਣ ਲਈ ਇੱਦਾਂ ਕਰਤਾ, ਰੂਲ ਫੇਰ ਬਦਲ ਗਿਆ। ਅੱਛਾ, ਇਹ ਅੱਜ 21 ਆ, ਇਹ 2011 ਤੋਂ ਔਨਵਰਡ ਮਤਲਬ ਇਹ ਚੱਲ ਰਿਹਾ ਹੈਗਾ। ਪਰ ਇਹ 31 ਵੀ ਆ ਸਕਦਾ, ਇਹ 41 ਵੀ ਆ ਸਕਦਾ, ਜੇ ਅਸੀਂ ਇੱਦਾਂ ਹੀ ਸੋਚਾਂਗੇ। ਮੈਂ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ, ਮੈਂ ਕਿਹਾ ਯਾਰ, ਆਪਾਂ ਜੋ ਅੱਜ ਦੇ ਰੂਲ ਹੈਗੇ ਆ, ਜਿਹੜੀ ਕੈਟਾਗਰੀ ਲਈ ਜੋ ਰੂਲ ਬਣਿਆ ਹੈਗਾ, ਆਪਾਂ ਉਹਦੇ ਵਿੱਚ ਲਾਅ ਕਰ ਦਈਏ। ਮੈਂ 3-4 ਮਹੀਨਿਆਂ 'ਚ ਇਹ ਭਰਤੀ ਪੂਰੀ ਕਰ ਦੂੰਗਾ। ਉਹਦੇ ਵਿੱਚ ਇਹ ਸਾਰੇ ਹੀ ਲਗਭਗ ਮਸਲੇ, ਹਾਂ 5-7% ਰਹਿਣਗੇ, ਕਿਸੇ ਦਾ ਪ੍ਰਮੋਸ਼ਨ ਦਾ ਹੈਗਾ, ਕਿਸੇ ਦਾ ਕੁਛ ਹੈਗਾ, ਕਿਸੇ ਦਾ ਕੁਛ ਹੈਗਾ। ਜਿਹੜਾ ਰੈਗੂਲਰ ਵਾਲਾ ਰੌਲਾ ਹੈਗਾ ਵੀ ਸਾਨੂੰ ਰੈਗੂਲਰ ਕਰੋ, ਜਾਂ ਜਿਹੜੇ ਕਹਿੰਦੇ ਆ ਵੀ 2011 ਵਾਲੇ ਟੈਟ ਪਾਸ ਸੀਗੇ ਕੁਝ ਕੁ, ਉਹ ਕਹਿੰਦੇ ਸਾਨੂੰ ਰੱਖਿਆ ਹੀ ਨਹੀਂ, ਦੁਬਾਰਾ ਟੈਟ ਹੋਇਆ ਸੀ ਟੈਸਟ। ਇਹਨਾਂ ਦੀ ਆਪਸ ਵਿੱਚ ਕੰਟਰਾਡਿਕਸ਼ਨ ਬਹੁਤ ਆ। ਅਗੇਨ ਦੇਖੋ, ਹੁਣ ਅੱਜ ਜੇ ਕੋਈ 2011 ਦਾ ਸਟਰਗਲ ਕਰ ਰਿਹਾ, ਅੱਜ 2021 ਆ, ਅੱਜ ਉਹਦੇ ਰੂਲ ਬਦਲ ਗਏ। ਹੁਣ ਅੱਜ ਜੇ ਭਰਤੀ ਕਰਾਂਗੇ ਤੇ ਉਹ ਬਦਲੇ ਹੋਏ ਰੂਲਾਂ ਨਾਲ ਕਰ ਸਕਦੇ ਆ, ਉਹ 2011 ਦੇ ਰੂਲਾਂ ਨਾਲ ਨਹੀਂ ਕਰ ਸਕਦੇ। ਦੇਖੋ ਨਾ, ਗੱਲ ਇੱਕ ਆਪਾਂ ਸਮਝ ਲਈਏ, ਕਿਉਂਕਿ ਇਹ ਟੈਟ ਪ੍ਰੋਵੀਜ਼ਨ ਰੱਖਿਆ ਸੀ ਵੀ ਟੈਟ ਪਾਸ ਹੋਣਾ ਚਾਹੀਦਾ। ਟੈਟ ਦੇਖੋ, ਗੱਲ ਇਹ ਆ ਵੀ ਟੈਟ ਪਾਸ ਤਾਂ ਕੁਆਲੀਫਿਕੇਸ਼ਨ ਆ, ਉਹਦੇ ਤੋਂ ਫਰਦਰ ਸਾਨੂੰ ਐਗਜ਼ਾਮ ਤਾਂ ਦੇਣਾ ਪਊ। ਮੰਨ ਲਓ ਸਪੋਜ਼ ਮੈਂ ਹਾਕੀ ਪਲੇਅਰ ਆ, ਮੇਰੇ ਨਾਲ ਦੇ ਲੱਖਾਂ ਹਾਕੀ ਪਲੇਅਰ ਸੀਗੇ, ਮੈਂ ਇੰਡੀਆ ਦੀ ਟੀਮ 'ਚ ਆ ਗਿਆ, ਇੰਡੀਆ ਨੂੰ 10 ਸਾਲ ਲੀਡ ਕਰ ਲਿਆ, ਉਹ ਨਹੀਂ ਕਰ ਸਕੇ। ਦੈਟ ਡਜ਼ਨਟ ਮੀਨ ਕਿ ਹਾਂ ਵੀ ਉਹ ਸਾਰੇ ਉਹ ਇੱਦਾਂ ਹੀ ਲੀਡ ਕਰਨਗੇ ਜੀ। ਔਰ ਰੈਗੂਲਰ ਕਰਨ ਵਾਲੀ ਜਿਹੜੀ ਮੰਗ ਹੈਗੀ ਵੀ ਸਾਨੂੰ ਰੈਗੂਲਰ, ਦੇਖੋ ਸਮੇਂ-ਸਮੇਂ ਤੇ ਹੋਇਆ ਕਿ ਗਵਰਨਮੈਂਟ ਆਫ ਇੰਡੀਆ ਨੇ ਅਲੱਗ-ਅਲੱਗ ਸਿਸਟਮ ਦੇ ਵਿੱਚ ਵੀ ਤੁਸੀਂ ਆ 2 ਸਾਲ ਲਈ ਰਮਜ਼ਾ ਵਾਲੇ ਰੱਖ ਲਓ, ਤੁਸੀਂ ਆ 3 ਸਾਲ ਲਈ ਇੰਨੇ ਰੱਖ ਲਓ। ਐਕਚੁਅਲੀ ਉਦੋਂ ਦੀ ਸਰਕਾਰ ਨੇ ਇਹਨੂੰ ਵਿਜ਼ੂਅਲਾਈਜ਼ ਨਹੀਂ ਕੀਤਾ ਵੀ ਇਹਦੀ ਕੰਟੀਨਿਊਟੀ ਕਿੱਦਾਂ ਬਣੂਗੀ ਜੀ। ਉਹ ਜਦੋਂ 2 ਸਾਲ ਲਈ ਰੱਖ ਲਏ, 2 ਸਾਲ ਗਵਰਨਮੈਂਟ ਆਫ ਇੰਡੀਆ ਨੇ ਕੰਟਰੈਕਚੁਅਲ ਟੀਚਰ ਰੱਖ ਲਏ, ਉਹ 2 ਸਾਲਾਂ ਬਾਅਦ ਯੂਨੀਅਨ ਬਣ ਗਈ। ਹੁਣ ਅੱਜ ਜੇ ਆਪਾਂ ਉਹਦੀ ਭਰਤੀ ਕਰਨੀ ਆ, ਉਹਨੂੰ ਅੱਜ ਦੇ ਰੂਲਾਂ ਦੇ ਮੁਤਾਬਕ ਹੀ ਹੋ ਸਕੂਗੀ ਨਾ ਜੀ। ਆਪਣੇ ਦੇਖੋ, ਸਰਕਾਰਾਂ ਕੋਈ ਇੱਦਾਂ ਦਾ ਕੋਈ ਉਹ ਤਾਂ ਹੁੰਦੀਆਂ ਨਹੀਂ ਵੀ ਹਾਂ ਵੀ ਇਹ ਰੂਲਾਂ ਤੋਂ ਬਿਨਾਂ ਹੀ ਸਾਰਾ ਕੁਝ ਕਰ ਦੇਣ ਜੀ। ਬਈ ਰੂਲ ਤਾਂ ਫੋਲੋ ਕਰਨੇ ਪੈਣਗੇ ਨਾ। ਅੱਛਾ, ਰੂਲ ਜਦੋਂ ਫੋਲੋ ਕਰਦੇ ਆ, ਅੱਜ ਦੇ ਪੈਰਾਮੀਟਰਸ ਨੂੰ ਫੋਲੋ ਕਰਦੇ ਆ, ਉਹਦੇ ਵਿੱਚੋਂ ਕੁਛ % ਬੱਚੇ ਜਿਹੜੇ ਨਿਕਲ ਜਾਂਦੇ ਆ। ਚਲੋ, ਇੱਕ ਤੁਹਾਡੇ ਬਾਰ ਮੂਹਰੇ ਬੈਠੇ ਜਿਹੜੇ 180 ਟੀਚਰਾਂ ਵਾਲਾ ਮਸਲਾ ਹੈ, ਇਹਦੇ ਹੱਲ ਸੰਬੰਧੀ ਹੁਣ ਕੀ ਚੱਲ ਰਿਹਾ? ਇਹਦਾ ਤਾਂ ਬੇਸਿਕਲੀ ਦੇਖੋ, ਸਾਡੇ ਕੁਛ ਇਸ਼ੂਜ਼ ਫਾਈਨਾਂਸ ਨਾਲ ਹੈਗੇ ਆ, ਖਾਸ ਕਰਕੇ ਜਿਹੜੇ ਲੈਕਚਰਰ, ਕਾਲਜ ਲੈਕਚਰਰ ਆ, ਜਿਹੜਾ UGC ਦੀਆਂ ਗਾਈਡਲਾਈਨਸ ਦੇ ਮੁਤਾਬਕ ਉਹਨਾਂ ਨੂੰ ਪੇ ਦੀ ਰਿਕਮੈਂਡੇਸ਼ਨ ਹੈਗੀ ਆ, ਇੱਕ ਉਹ ਤੇ ਇੱਕ ਜਿਹੜਾ ਇਹ 180 ਵਾਲਾ, ਇਹ ਬੇਸਿਕਲੀ ਇਹ ਫਾਈਨਾਂਸ ਡਿਪਾਰਟਮੈਂਟ ਦਾ ਕੰਮ ਆ। ਇਹ ਮੈਂ ਤਾਂ ਆਲਰੇਡੀ ਜਿਹੜਾ ਆ ਪੋਜ਼ਿਟਿਵਲੀ ਲਿਖ ਕੇ ਭੇਜ ਚੁੱਕਿਆ ਕਿ ਇਹ ਕੰਮ ਹੋਣਾ ਚਾਹੀਦਾ। ਤੁਸੀਂ ਕਹਿ ਸਕਦੇ ਹੋ ਕਿ ਬਤੌਰ ਸਿੱਖਿਆ ਮੰਤਰੀ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ? ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਡੈਫੀਨੇਟਲੀ ਨਿਭਾਈ ਹੈਗੀ ਆ, ਔਰ ਜੇ ਕੋਈ ਹੋਰ ਵੀ ਕੁਆਰੀ ਹੋਊਗੀ, ਔਰ ਮੈਂ ਉਹਦੇ ਲਈ ਪੋਜ਼ਿਟਿਵ, ਕਿਉਂਕਿ ਮੈਂ ਕਦੀ ਵੀ, ਮੈਂ ਹਮੇਸ਼ਾ ਅੱਧਾ ਗਲਾਸ ਭਰਿਆ ਹੋਇਆ ਦੇਖਦਾ, ਅੱਧਾ ਖਾਲੀ ਨਹੀਂ ਦੇਖਦਾ। ਮੇਰੀ ਇਹ ਪ੍ਰੋਬਲਮ ਵੀ ਹੈਗੀ ਆ, ਕਿਉਂਕਿ ਯੈਸ, ਜਿਹੜੀ ਗੱਲ ਹੋ ਸਕਦੀ ਆ ਉਹ ਤਾਂ ਕਰਨੀ ਚਾਹੀਦੀ ਆ, ਜਿਹੜੀ ਗੱਲ ਨਹੀਂ ਹੋ ਸਕਦੀ ਮੈਂ ਬੜਾ ਫਰਮ ਹੈਗਾ ਕਿ ਇਹ ਨਹੀਂ ਕਰਨੀ ਚਾਹੀਦੀ। ਅਧਿਆਪਕ ਵਰਗ ਦੇ ਵੱਡੇ ਕਿਹੜੇ ਮਸਲੇ ਜਿਹੜੇ ਤੁਸੀਂ ਐਕਨੋਲੇਜ ਕਰਦੇ ਹੋ, ਕੰਸੀਡਰ ਕਰਦੇ ਹੋ ਵੀ ਹਾਂ ਭਾਈ ਇਹਨਾਂ ਤੇ ਮੈਂ ਰਹਿੰਦੇ ਸਮੇਂ 'ਚ ਹੁਣ ਕੰਮ ਕਰਕੇ ਜਾਣਾ? ਨਹੀਂ, ਦੇਖੋ, ਇੱਕ ਤਾਂ ਸਾਡੀ ਭਰਤੀ ਆ ਮੇਨ ਮੇਰੇ ਕੋਲ, ਕਿਉਂਕਿ ਕੁਛ ਕਈ ਵਾਰੀ ਹੁੰਦਾ ਵੀ ਤੁਹਾਡੇ ਕੋਲ ਪੋਸਟਾਂ ਹੀ ਹੈ ਨਹੀਂ। ਮੇਰੇ ਕੋਲ ਲਗਭਗ 31,000 ਪੋਸਟਾਂ ਹੈਗੀਆਂ, 11,880 ਤਾਂ ਹੁਣ ਲਈਆਂ, 19,000 ਜਿਹੜੀਆਂ 3 ਕੈਟਾਗਰੀਜ਼ ਅਲੱਗ-ਅਲੱਗ ਆ, ਇੱਕ 23-64 ਆ, ਇੱਕ 66-35 ਆ, ਇੱਕ 83-93 ਆ।
ਇਹ ਸਮੇਂ-ਸਮੇਂ ਤੇ ਸਰਕਾਰ ਨੇ ਸੈਂਕਸ਼ਨ ਕੀਤੀਆਂ ਔਰ ਇਹਨਾਂ ਦੀਆਂ ਲੈਂਥੀ ਡਿਸਕਸ਼ਨ ਤੋਂ ਬਾਅਦ ਹੀ ਸੈਂਕਸ਼ਨ ਕੀਤੀਆਂ ਜੀ। ਲੇਕਿਨ ਅਨਫੋਰਚੂਨੇਟਲੀ ਹੋਇਆ ਕਿ ਉਹਦੇ ਵਿੱਚ ਰੂਲਾਂ ਦੀ ਡਿਵਰਸ਼ਨ ਹੋਈ ਆ। ਜਦੋਂ ਰੂਲਾਂ ਦੀ ਡਿਵਰਸ਼ਨ ਹੋ ਗਈ, ਇਹਨਾਂ ਨੇ ਕਰਵਾ ਲਈ, ਪ੍ਰੈਸ਼ਰ ਨਾਲ ਕਰਾ ਲਈ, ਕਿਸੇ ਤਰ੍ਹਾਂ ਕਰਾ ਲਈ, ਲੇਕਿਨ ਉਹ ਕੋਰਟ 'ਚ ਚੈਲੰਜ ਹੋ ਗਿਆ। ਕੋਰਟ ਕਹਿੰਦੀ ਆ ਵੀ ਤੁਸੀਂ ਸਾਰਿਆਂ ਨੂੰ ਇਕੁਅਲ ਅਪਰਚੁਨਿਟੀ ਦੇਣੀ ਕਿ ਨਹੀਂ ਦੇਣੀ? ਅੱਛਾ, ਦੇਣੀ ਆ ਤੇ ਫਿਰ ਮੰਨ ਲਓ ਇੱਕ ਇੱਦਾਂ ਦੀ ਭਰਤੀ ਵੀ ਹੈਗੀ ਆ ਜਿਹਦੇ ਵਿੱਚ ਅਸੀਂ ਕੀ ਕੀਤਾ, ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਕੰਮ ਕਰਦੇ ਸੀਗੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ 3 ਸਾਲ ਦਾ ਐਕਸਪੀਰੀਅੰਸ ਬੈਨੀਫਿਟ ਦੇ ਦਿੱਤਾ। ਲੇਕਿਨ ਸਿਮਿਲਰ ਟੀਚਰ ਜੇ ਉਹ ਪ੍ਰਾਈਵੇਟ ਸਕੂਲ 'ਚ ਕਰਦਾ ਸੀ ਤੇ ਸਰਕਾਰ ਦਾ ਮਾਨਤਾ ਪ੍ਰਾਪਤ ਸਕੂਲ ਸੀ, ਉਹਨੂੰ ਨਹੀਂ ਦਿੱਤਾ ਜੀ। ਉਹ ਹੁਣ ਉਹ ਕੋਰਟ 'ਚ ਚਲੇ ਗਏ। ਉਹ ਕਹਿੰਦੇ ਵੀ ਇਹ ਸਰਕਾਰੀ ਲਈ ਕਿਉਂ, ਵੀ ਅਸੀਂ ਵੀ ਤਾਂ ਅਧਿਆਪਕ ਹੀ ਆ, ਅਸੀਂ ਵੀ 3 ਸਾਲ ਤੋਂ ਵੱਧ ਪੜ੍ਹਾਇਆ ਹੈਗਾ, ਅਸੀਂ ਵੀ ਉਹਨਾਂ ਸਕੂਲਾਂ 'ਚ ਪੜ੍ਹਾਇਆ ਜਿਹੜੀ ਸਰਕਾਰ ਨੇ ਮਾਨਤਾ ਦਿੱਤੀ ਹੋਈ ਹੈ। ਵਿਦਨ ਯੂਨੀਅਨ ਕੰਟਰਡਿਕਸ਼ਨ ਹੋ ਰਹੀ ਹੈ, ਵਿਦਨ ਯੂਨੀਅਨ ਕੰਟਰਡਿਕਸ਼ਨ ਹੋ ਰਹੀ ਆ। ਜਿਹੜੀ ਵਿਦਨ ਯੂਨੀਅਨ ਕੰਟਰਡਿਕਸ਼ਨ ਹੋ ਰਹੀ ਆ, ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਬੈਠ ਕੇ ਸੌਰਟ ਆਊਟ ਕਰ ਲਓ। ਮੈਂ ਤਾਂ ਕਈ ਪੱਤਰਕਾਰਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਇਸ ਇਸ਼ੂ ਨੂੰ ਸਮਝੋ, ਆਪਾਂ ਬੇਸਿਕਲੀ ਸਿਰਫ ਖਬਰ ਲਈ ਖਬਰ ਨਾ ਬਣਾਈਏ, ਆਪਾਂ ਇਸ ਗੱਲ ਨੂੰ ਸਮਝ ਲਈਏ ਵੀ ਯਾਰ ਜਿਹੜੀ ਗੱਲ ਠੀਕ ਹੈਗੀ ਆ। ਮੰਨ ਲਓ ਹੁਣ ਇੱਕ ਬੱਚਾ ਟੈਂਕੀ ਤੇ ਚੜਿਆ ਸੀ, ਉਹਦੇ 21 ਨੰਬਰ ਸੀਗੇ, ਮੈਂ ਪਤਾ ਕਰਾਇਆ, ਅੱਛਾ ਵੀ 21 ਨੰਬਰਾਂ ਵਾਲਿਆਂ ਨੂੰ ਤਾਂ ਨਹੀਂ ਮੈਂ ਦੇ ਸਕਦਾ, ਵੀ ਉਹ 65-70 ਵਾਲਾ ਤਾਂ ਲਵੇ ਜਿਹੜਾ ਮੈਰਿਟ 'ਚ ਆਉਂਦਾ। ਇਹਦਾ ਮਤਲਬ 21 ਵਾਲਾ ਤਾਂ ਫਿਰ ਕਦੀ ਜਿਹੜਾ ਆ ਉਹ ਸਕੂਲੇ ਹੀ ਨਹੀਂ ਗਿਆ, ਉਹ ਤਾਂ ਪਹਿਲਾਂ ਵੀ ਕਿਤੇ ਕੰਧ ਤੇ ਹੀ ਰਿਹਾ ਹੋਣਾ। ਮੈਂ ਤਾਂ ਨਹੀਂ ਇਹ ਕੰਮ ਕਰਦਾ। ਕਦੀ ਇਸ ਤਰ੍ਹਾਂ ਵੀ ਪ੍ਰਦਰਸ਼ਨਾਂ ਦੇ ਬਹਾਨੇ ਤੁਹਾਨੂੰ ਜੈਨੂਨ ਕੇਸ ਵੀ ਲੱਭੇ ਹੋਣ? ਨਹੀਂ, ਜਿਹੜੀ ਜੈਨੂਨ ਗੱਲ ਹੈਗੀ, ਜਿੰਨੀ ਗੱਲ ਮੈਨੂੰ ਸਮਝ ਆਈ ਸੋਢੀ ਸਾਹਿਬ, ਦੇਖੋ ਵੱਡਾ ਮਹਿਕਮਾ ਆ, 2 ਮਹੀਨੇ ਕਿਉਂਕਿ ਮੈਂ ਸਾਰੀਆਂ ਲਗਭਗ ਯੂਨੀਅਨ ਨੂੰ 5-5 7-7 ਵਾਰੀ ਮਿਲ ਲਿਆ। ਮੈਂ ਇਨ ਲੈਂਥ ਹੀ ਕਈ ਵਾਰੀ ਤਾਂ ਮੈਂ ਇਹ ਵੀ ਹੁੰਦਾ ਕਿ ਮੈਂ ਯਾਰ 10 ਘੰਟੇ ਦੀ 12 ਘੰਟੇ ਦੀ ਮੀਟਿੰਗ ਕਰਕੇ ਅਫਸਰਾਂ ਨਾਲ ਬੇਸਿਕਲੀ ਜਦੋਂ ਤੁਹਾਡੀ ਇੱਥੋਂ ਰਿਸੀਵ ਕਰਨੋਂ ਹਟ ਜਾਂਦਾ ਸਿਗਨਲ, ਤਾਂ ਫਿਰ ਮੈਂ ਕਹਿੰਦਾ ਯਾਰ ਇਹਨੂੰ ਕੱਲ੍ਹ ਕਰਾਂਗੇ। ਹੁਣ ਕੇਜਰੀਵਾਲ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ? ਕਹਿੰਦੇ ਵੀ ਮੈਂ ਆਇਆ ਤਾਂ ਸਾਰੇ ਪੱਕੇ ਕਰ ਦੂੰ। ਪਤਾ ਨਹੀਂ, ਇਹ ਤਾਂ ਪਿਓਰਲੀ ਐਕਚੁਅਲੀ ਅਸਲੀ ਗੱਲ ਹੈ, ਪੋਸੀਬਿਲਿਟੀ ਹੈ। ਦੇਖੋ ਬਿਕਰਮ ਮਜੀਠੀਏ ਕੋਲੋਂ ਇਹਨੇ ਸਾਰੇ ਪੰਜਾਬ 'ਚ ਪੋਸਟਰ ਲਵਾਏ ਸੀ ਉਦੋਂ ਆਪ ਦੇ ਜਿੰਨੇ ਵਲੰਟੀਅਰ ਸੀਗੇ ਵੀ ਇਹ ਚਿੱਟੇ ਦਾ ਵਪਾਰੀ ਆ, ਚਿੱਟੇ ਦਾ ਵਪਾਰੀ ਆ, ਠੀਕ ਹੈ ਨਾ। ਇਹ ਆਪ ਤਾਂ ਮਾਫੀ ਮੰਗ ਗਿਆ, ਇਹਦੀ ਕਾਹਦੀ ਗਰੰਟੀ? ਇਹ ਰੋਜ਼ ਇੱਥੇ ਕੋਈ ਨਾ ਕੋਈ ਗਰੰਟੀ ਦੇ ਕੇ ਚਲੇ ਜਾਂਦਾ, ਇਹਦੀ ਕਾਹਦੀ ਗਰੰਟੀ ਯਾਰ? ਤੁਸੀਂ ਗੱਲ ਦਿੱਲੀ ਵਾਲੇ ਇਹਨਾਂ ਦੀ ਗਰੰਟੀ ਬਿਲਕੁਲ ਹੈ ਨਹੀਂ ਗੀ। ਤੁਸੀਂ ਗੱਲ ਛੇੜੀ ਜਿਹੜੀ ਬਿਕਰਮ ਸਿੰਘ ਮਜੀਠੀਆ ਵਾਲੀ, ਇਹ ਤਾਂ ਤੁਹਾਡੀ ਗੱਲ ਨੂੰ ਵੀ ਗੱਲ ਆ ਰਹੀ ਹੈ। ਐਸਕੇ ਸਥਾਨਾਂ ਦਾ ਜਿਹੜਾ ਨੋਟ ਵਾਇਰਲ ਹੁੰਦਾ, ਮੈਂ ਉਦੋਂ ਬਾਅਦ ਅੱਜ ਗੌਤਮ ਚੀਮਾ ਕਹਿੰਦੇ ਪਿੱਛੇ ਹਟ ਜਾਂਦੇ ਆ, ਤੁਹਾਡੇ ਲਈ ਵੀ ਕਹਿੰਦੇ ਕਿਰਕਰੀ ਬਣੀ ਵੀ ਹੈ ਮਸਲਾ। ਦੇਖੋ ਦੇਖੋ ਇਹ ਉਸ ਮਹਿਕਮੇ ਦੀ ਗੱਲ ਹੈਗੀ ਆ, ਮੈਂ ਇੱਕ ਹੋਰ ਡਿਫਰੈਂਟ ਸੈਂਸ ਦੇ ਵਿੱਚ ਕਹੀ ਹੈਗੀ ਆ, ਬਟ ਯੈਸ ਡੈਫੀਨੇਟਲੀ ਇਹ ਉਸ ਮਹਿਕਮੇ ਨੂੰ, ਹੁਣ ਮੰਨ ਲਓ ਤੁਸੀਂ ਮੈਨੂੰ ਐਜੂਕੇਸ਼ਨ ਬਾਰੇ ਪੁੱਛੋਗੇ ਤਾਂ ਮੈਂ ਆਈ ਐਮ ਆਨਸਰੇਬਲ। ਪਰ ਤੁਸੀਂ ਹੁਣੇ ਕਿਹਾ ਜ਼ਿੰਮੇਵਾਰੀ ਕਲੈਕਟਿਵ ਹੁੰਦੀ ਹੈ, ਸਰਕਾਰ ਦੀ ਵੀ ਕਲੈਕਟਿਵ ਹੈ ਨਾ? ਨਹੀਂ ਹੈਗੀ, ਇਸ਼ੂ ਤਾਂ ਮੰਨਦੇ ਹੋ ਇਹਨੂੰ? ਪੰਜਾਬ ਇਸ਼ੂ ਮੰਨਦੇ, ਬਿਲਕੁਲ ਮੰਨਦੇ ਆ, ਇਸ਼ੂ ਮੰਨਦੇ ਹੈਗੇ ਆ। ਇਹ ਤਾਂ ਬੇਸਿਕਲੀ ਦੇਖੋ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਕੋਲ ਦਿਸ ਇਜ਼ ਬਿਟਵੀਨ ਉਹਨਾਂ ਦੋਨਾਂ ਦੇ ਵਿਚਾਲੇ ਹੈਗੀ ਆ। ਜਦੋਂ ਉਹਨਾਂ ਦੋਨਾਂ ਦੇ ਵਿਚਾਲੇ ਹੈਗੀ ਆ ਤਾਂ ਦੈਨ, ਕਿਉਂਕਿ ਅਸੀਂ ਤਾਂ ਕਈ ਵਾਰੀ ਸ਼ੇਅਰ ਵੀ ਨਹੀਂ ਕਰਦੇ। ਹੁਣ ਕਈ ਵਾਰੀ ਕੀ ਹੁੰਦਾ, ਕਿਉਂਕਿ 2 ਮਹੀਨੇ ਸੀਗੇ, ਇੰਨੀ ਨੱਠ ਭੱਜ ਰਹੀ ਆ ਵੀ ਸ਼ਾਇਦ ਦੂਜੇ ਡਿਪਾਰਟਮੈਂਟ ਬਾਰੇ ਨਹੀਂ ਸ਼ੇਅਰ ਹੋਇਆ, ਪਰ ਹਾਂ ਕਿਤੇ ਜਿਹੜਾ ਕੈਬਨਿਟ ਦੇ ਵਿੱਚ ਅਨਆਫੀਸ਼ੀਅਲੀ ਭਾਵੇਂ ਇਹਨਾਂ ਟੌਪਿਕਸ ਤੇ ਡਿਸਕਸ਼ਨ, ਪਰ ਉਹ ਦੈਟ ਇਜ਼ ਦਾ ਕੰਸਰਨ ਡਿਪਾਰਟਮੈਂਟ ਐਂਡ ਦੈਟ ਇਜ਼ ਦਾ ਕੰਸਰਨ ਮਿਨਿਸਟਰ who has to handle। ਹੁਣ ਚਰਚਾ ਇਹ ਹੁੰਦੀ ਹੈ, ਕਹਿੰਦੇ ਹੁਣ ਤਾਂ ਹੋਮ ਮਿਨਿਸਟਰ ਵੀ ਰੰਧਾਵਾ ਸਾਹਿਬ ਆਪ ਬਣ ਗਏ, ਕਹਿੰਦੇ ਸਭ ਤੋਂ ਵੱਧ ਦਾਬੇ ਰੰਧਾਵਾ ਸਾਹਿਬ ਮਾਰਦੇ ਸੀ ਵੀ ਮੇਰੇ ਹੱਥ 'ਚ ਹੋਵੇ ਤਾਂ ਮੈਂ ਫੜ ਕੇ ਕੱਲ ਨੂੰ ਅੰਦਰ ਕਰ ਦਿਆਂ। ਸਿੱਧੂ ਸਾਹਿਬ ਦਾ ਬਹੁਤ ਵੱਡਾ ਇਹ ਮਸਲਾ ਰਿਹਾ, ਅੱਜ ਵੀ ਹੈਗਾ। ਨਹੀਂ, ਸਿੱਧੂ ਸਾਹਿਬ ਚਲੋ ਬੀਂਗੇ ਪ੍ਰਧਾਨ ਹਮੇਸ਼ਾ ਗੱਲ ਕਰਦੇ ਰਹੇ ਆ, ਉਹ ਹੁਣ ਵੀ ਕਰਦੇ ਹੈਗੇ ਆ, ਬਟ ਇਹਦੀ ਆਨਸਰੇਬਿਲਿਟੀ ਤਾਂ ਰੰਧਾਵਾ ਸਾਹਿਬ ਦੇ ਸਕਦੇ ਆ। ਤੁਹਾਨੂੰ ਲੱਗਦਾ ਸਰਕਾਰ ਤੋਂ ਉਮੀਦ ਹੈ? ਕਿਉਂਕਿ ਪਹਿਲਾਂ ਤਾਂ ਕੈਪਟਨ ਦੇ ਖੇਮੇ 'ਚ ਸਾਰੀਆਂ ਗੱਲਾਂ ਪਾਤੀਆਂ ਵੀ ਰਲੇ ਵੇ ਹੈ, ਹੁਣ ਕੀ ਲੱਗਦਾ ਤੁਹਾਨੂੰ ਇਹ ਮਸਲੇ ਹੱਲ ਹੋ ਜਾਣਗੇ? ਬੇਅਦਬੀ ਵਾਲਾ ਮਸਲਾ ਤੇ ਡਰੱਗ, 2 ਵੱਡੇ ਮੁੱਦੇ ਜਿਹੜੇ ਪਿਛਲੇ ਪੌਣੇ 5 ਸਾਲ ਦੇ ਅੰਦਰ ਰਹੇ ਆ। ਦੇਖੋ ਲੋਕ ਕਹਿੰਦੇ ਵੀ ਸਿਸਟਮ ਵੀ ਚੇਂਜ ਹੋ ਗਿਆ। ਚੀਫ ਮਿਨਿਸਟਰ ਨੂੰ ਔਰ ਹੋਮ ਮਿਨਿਸਟਰ ਨੂੰ ਡੈਫੀਨੇਟਲੀ ਕਿਤੇ ਨਾ ਕਿਤੇ ਪੁੱਛੀਦਾ ਜ਼ਰੂਰ ਹੈਗਾ ਕਿਸੇ ਨਾ ਕਿਸੇ। ਤੁਸੀਂ ਖਰੀ ਜੀ ਗੱਲ ਕਰਦੇ ਹੁੰਦੇ ਆ, ਤੁਹਾਨੂੰ ਲੱਗਦਾ ਕੀ ਹੋ ਜੂ? ਨਹੀਂ, ਜੋ ਇਹ ਕਹਿ ਰਹੇ ਹੈਗੇ ਵੀ ਹੋ ਜੂ ਇਹ, ਸੋ ਦੇ ਆਰ ਵਰਕਿੰਗ ਔਨ ਇਟ। ਕਿਉਂਕਿ ਦੇਖੋ ਕਈ ਵਾਰੀ ਕਈ ਚੀਜ਼ਾਂ ਨੂੰ ਸਮਝਣ ਨੂੰ ਵੀ ਸਮਾਂ ਲੱਗਦਾ। ਇਹ ਵੀ ਇੱਕ ਹੈਗੀ ਤਰਾਸ। ਅਕਾਲੀ ਕਹਿੰਦੇ ਪਰਚਾ ਕਰਨ ਲਈ ਪਰਚਾ ਕੀਤਾ ਜਾ ਰਿਹਾ। ਨਹੀਂ, ਇਹ ਵੀ ਤਰਾਸ ਦੀ ਹੈਗੀ ਕਿ ਜਦੋਂ 90 ਦਿਨਾਂ ਦੀ ਸਰਕਾਰ ਹੋਵੇ ਫਿਰ ਬਿਊਰੋਕਰੈਟ ਉਹਨੂੰ ਉਸ ਐਂਗਲ ਨਾਲ ਵੀ ਦੇਖਦਾ ਹੈਗਾ। ਪਰ ਮੈਂ ਬੜਾ ਕਲੀਅਰ ਹੈ। ਤੁਸੀਂ ਤਾਂ ਪੁਲਿਸ 'ਚ ਰਹੇ ਹੋ, ਤੁਹਾਨੂੰ ਲੱਗਦਾ ਬਿਨਾਂ ਸਬੂਤ ਤੋਂ ਕੁਝ ਕੀਤਾ ਜਾ ਸਕਦਾ? ਮੈਂ ਬਹੁਤ ਕਲੀਅਰ ਹਾਂ। ਦੇਖੋ ਮੈਂ ਕਹਿੰਦਾ ਸਿਰਫ ਕਿਸੇ ਨੂੰ ਟਾਰਗੇਟ ਕਰਨ ਲਈ ਕੁਝ ਨਹੀਂ ਕਰਨਾ ਚਾਹੀਦਾ। ਲਾਅ ਆਪਣਾ ਕੰਮ ਕਰੇ। ਮੈਂ ਅੱਜ ਤੱਕ ਸੋਢੀ ਸਾਹਿਬ, ਆਪਾਂ ਕਿੰਨੇ ਸਾਲਾਂ ਦੇ ਮਿਲਦੇ ਆ, ਮੈਂ ਅੱਜ ਤੱਕ ਕੋਈ ਇਦਾਂ ਦੀ ਸਟੇਟਮੈਂਟ ਦਿੱਤੀ ਹੋਵੇ? ਮੈਂ ਕਹਿੰਦਾ ਜਿਹੜਾ ਕਰਦਾ ਹੈਗਾ ਉਹਨਾਂ ਉਹਦਾ ਭਾਗੀਦਾਰ ਆ।
ਪਰ ਤੁਸੀਂ ਵਰਡ ਬਹੁਤ ਸੀ ਸੈਕਰੀਲਾਈਜ਼ ਵਾਲੇ ਇਸ਼ੂ ਤੇ ਖਾਸ ਤੌਰ ਨਹੀਂ ਤੇ ਮੈਂ ਡੈਫੀਨੇਟਲੀ ਬਹੁਤ ਸਾਰੇ ਇੰਟਰਵਿਊ ਤੁਹਾਡੇ ਨਾਲ ਮੈਂ ਕੀਤੇ ਆ ਅੱਜ ਵੀ ਹੈਗਾ। ਤੁਸੀਂ ਇਹੀ ਹਮੇਸ਼ਾ ਗੱਲ ਤੁਸੀਂ ਕਿਹਾ ਮੇਰੇ ਕਿਹੜਾ ਕੋਈ ਨਿੱਜੀ ਮਸਲੇ ਆ ਮੈਂ ਤਾਂ ਕਹਿੰਦਾ ਵੀ ਜੇ ਲੋਕਾਂ ਨਾਲ ਜ਼ੁਬਾਨ ਕਰਕੇ ਆਏ ਮੈਂ ਕਹਿੰਦਾ ਨਿੱਜੀ ਮਸਲਾ ਮੇਰਾ ਕੋਈ ਹੈ ਹੀ ਨਹੀਂਗਾ, ਕਿਸੇ ਨਾਲ ਵੀ ਹੈ ਨਹੀਂਗਾ। ਦੇਖੋ ਹੈਲਦੀ ਡੈਮੋਕ੍ਰੇਸੀ ਜਿਹੜੀ ਆ ਹਮੇਸ਼ਾ ਇੱਕ ਪੋਜ਼ਿਟਿਵ ਰੋਲ ਪਲੇ ਕਰਦੀ ਹੈ। ਮੈਂ ਤਾਂ ਹੈਲਦੀ ਡਿਸਕਸ਼ਨ ਦਾ, ਹੈਲਦੀ ਜਿਹੜੀ ਡੈਮੋਕ੍ਰੇਸੀ ਆ ਉਹਦਾ ਮਤਲਬ ਉਹਦਾ ਹਾਮੀ ਹੈਗਾ ਮੈਂ, ਵੀ ਤਾਂ ਕਿ ਅਸੀਂ ਆਹ ਕਰ ਲਈਏ ਜਾਂ ਨਾ ਕਰੀਏ। ਕਿਉਂਕਿ ਜੇ ਕੋਈ ਉਹਦੇ ਵਿੱਚ ਇਨਵੋਲਵ ਆ ਤੇ ਉਹਨੂੰ ਜ਼ਰੂਰ ਸੇਕ ਲੱਗਣਾ ਚਾਹੀਦਾ, ਚਾਹੇ ਕਿੱਡਾ ਵੀ ਵੱਡੇ ਤੋਂ ਵੱਡਾ ਬੰਦਾ ਹੋਵੇ। ਤੇ ਜੇ ਨਹੀਂ ਹੈਗਾ ਤਾਂ ਫਿਰ ਉਹਨੂੰ ਬੇਸਿਕਲੀ ਮੈਨੂੰ ਲੱਗਦਾ ਵੀ ਇਨਵੈਸਟੀਗੇਟਿੰਗ ਏਜੰਸੀਜ਼ ਨੂੰ ਕਹਿਣਾ ਚਾਹੀਦਾ ਕਿ ਹਾਂ ਵੀ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ। ਇੱਕ ਦੋ ਸਵਾਲ ਸਿਰਫ ਹੋਰ ਹੈ ਐਜੂਕੇਸ਼ਨ ਦੇ ਮਸਲੇ ਤੇ ਜਦੋਂ ਯੂਥ ਬੈਠਦੀ ਹੈ ਡਿਸਕਸ਼ਨ ਕਰਦੇ, ਚਾਹੇ ਸਾਡਾ ਪੱਤਰਕਾਰ ਭਾਈਚਾਰਾ ਕਿਉਂ ਨਾ ਹੋਵੇ, ਅਸੀਂ ਇਹ ਗੱਲ ਕਹਿੰਦੇ ਹੁੰਦੇ ਹਾਂ ਪ੍ਰਗਟ ਜੀ ਕਿ ਜੇ ਸਾਡੇ ਕੋਲ ਰੱਖਣ ਜੋਗੀ ਥਾਂ ਹੀ ਹੈ ਨਹੀਂ ਫਿਰ ਸਕਿੱਲ ਬੇਸਡ ਡਿਪਲੋਮਾ ਡਿਗਰੀਆਂ ਕਾਹਤੋਂ, ਫਿਰ ਬੀਐਡ ਐਮਐਡ ਕਿਉਂ, ਲੱਖਾਂ ਰੁਪਇਆ ਖਰਚ ਵੀ ਹੋ ਰਿਹਾ। ਦੇਖੋ ਇਹਦੇ 'ਚ ਸਾਨੂੰ ਬਹੁਤ ਚੇਂਜਸ ਲਿਆਉਣ ਦੀ ਜ਼ਰੂਰਤ ਹੈ। ਮੈਂ ਪਿਛਲੇ ਸਮਿਆਂ ਦੇ ਵਿੱਚ ਸਾਰਿਆਂ ਨਾਲ ਡਿਸਕਸ਼ਨਸ ਕੀਤੀਆਂ। ਇੱਕ ਤਾਂ ਇਹ ਮਿਡ ਆਫ ਦਾ ਸੈਸ਼ਨ ਹੈਗਾ, ਇਹਦੇ 'ਚ ਤਾਂ ਇਮੀਡੀਏਟਲੀ ਕੋਈ ਬਦਲਾਅ ਨਹੀਂ ਹੋ ਸਕਦਾ ਸੀ ਕਿਉਂਕਿ ਸੈਸ਼ਨ ਦੇ ਮਿਡ ਦੇ ਵਿੱਚ ਤੁਸੀਂ ਕਿਉਂਕਿ ਨਵੇਂ ਕੋਰਸਿਸ ਡਿਜ਼ਾਈਨ ਕਰਨੇ ਉਹਨੂੰ ਸਮਾਂ ਲੱਗਦਾ। ਕਿਉਂਕਿ ਮੈਂ ਵਾਈਸ ਚਾਂਸਲਰ ਵੀ ਬੁਲਾ ਲਿਆ, ਮੈਂ ਜਿੰਨੇ ਵੀ ਐਜੂਕੇਸ਼ਨਿਸਟ ਸੀਗੇ ਸਾਰਿਆਂ ਨੂੰ ਬੁਲਾ ਲਿਆ, ਇੰਡਸਟਰੀਸਟ ਨੂੰ ਬੁਲਾ ਲਿਆ। ਜਿਹੜਾ ਬੱਚਾ ਕਹਿੰਦਾ ਵੀ ਸਾਡੇ ਕੋਲ ਨੌਕਰੀ ਹੈ ਨਹੀਂ, ਇੰਡਸਟਰੀਲਿਸਟ ਕਹਿੰਦਾ ਵੀ ਸਾਡੇ ਕੋਲ ਕੰਮ ਕਰਨ ਵਾਲਾ ਬੱਚਾ ਹੈ ਨਹੀਂ ਜਿਹੜਾ ਸਾਡੀ ਇੰਡਸਟਰੀ ਨੂੰ ਅੱਗੇ ਲੈ ਕੇ ਤੁਰ ਸਕੇ। ਬਿਲਕੁਲ। ਇਹਦਾ ਮਤਲਬ ਅੱਛਾ ਇੰਪਲੋਏਬਿਲਿਟੀ 10 ਤੋਂ 15% ਹੈ। ਇਹਦਾ ਮਤਲਬ ਇਹ ਹੋਇਆ ਕਿ ਕਿਤੇ ਐਜੂਕੇਸ਼ਨ ਦੇ ਉਹਨਾਂ ਕੋਰਸਿਸ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਨੇ ਕੰਮ ਕਰਨਾ ਉਹਦੇ 'ਚ ਗੈਪ ਹੈ। ਉਸ ਗੈਪ ਨੂੰ ਪਲੱਗ ਕਰਨ ਲਈ ਅਸੀਂ ਉਹ ਕੋਰਸਿਸ ਜਿਹੜੇ ਆ ਉਹ ਡਿਜ਼ਾਈਨ ਕਰਵਾ ਰਹੇ ਹਾਂ ਅਲੱਗ-ਅਲੱਗ ਐਜੂਕੇਸ਼ਨਿਸਟ ਕੋਲੋਂ। ਜਿਵੇਂ ਮੈਂ ਤੁਹਾਨੂੰ ਦੱਸ ਦਿੰਦਾ ਸਾਡੇ ਭਾਈਚਾਰੇ 'ਚ ਪੱਤਰਕਾਰੀ ਦੇ ਖੇਤਰ 'ਚ ਕੰਮ ਕਰਨ ਦੇ ਲਈ ਨਵੇਂ ਨਿਆਣੇ ਮਿਲਦੇ ਹੀ ਨਹੀਂ, ਇਹ ਸੱਚਾਈ ਹੈ। ਮੈਂ ਕਹਿੰਦਾ ਪੰਜਾਬੀ ਵਾਲੇ ਨਹੀਂ ਮਿਲਦੇ। ਲੋਕ ਕਹਿੰਦੇ ਜੌਬ ਬਣੀ, ਅਸੀਂ ਕਹਿੰਦੇ ਸਾਡੇ ਕੋਲ ਜੌਬ ਆ ਪਰ ਬੱਚੇ ਮੈਂ ਤਾਂ ਕਹਿੰਦਾ ਬਹੁਤ ਜਗ੍ਹਾ ਤੇ ਇਹੋ ਜਿਹਾ ਹੋਇਆ। ਮੰਨ ਲਓ ਮੇਰੇ ਕੋਲ ਹੀ ਮੈਂ ਪਿੱਛੇ ਜੇ ਇੱਕ ਡਰਾਈਵਰ ਰੱਖਣਾ ਸੀ, ਮੈਨੂੰ 5 ਪਿੰਡਾਂ 'ਚੋਂ ਇੱਕ ਡਰਾਈਵਰ ਨਹੀਂ ਮਿਲਿਆ। ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਸਕਿਲਡ ਜਿਹੜਾ ਆ, ਸਾਨੂੰ ਜਿਹੜੀ ਬੇਸਿਕਲੀ ਇਹੋ ਜਿਹੇ ਕੋਰਸਿਸ ਡਿਜ਼ਾਈਨ ਕਰਨੇ ਚਾਹੀਦੇ ਆ ਜਿਹਦੇ ਨਾਲ ਅਸੀਂ ਸਮੇਂ ਦਾ ਹਾਣੀ ਬਣਾ ਕੇ ਬੱਚੇ ਨੂੰ ਗਾਂਹ ਤੋਰ ਸਕੀਏ। ਜੀ ਮੈਂ ਸੋਨੀ ਸਾਹਿਬ ਦੇ ਘਰੇ ਗਿਆ ਸੀ ਜਦੋਂ ਐਜੂਕੇਸ਼ਨ ਮਿਨਿਸਟਰ ਸੀ ਤੇ ਲਿਖ ਕੇ ਲਾਇਆ ਹੋਇਆ ਸੀ ਬਦਲੀਆਂ ਬੰਦ ਹੈ। ਬਦਲੀਆਂ ਦਾ ਮਸਲਾ ਬਹੁਤ ਵੱਡਾ ਪੰਜਾਬ ਦਾ, ਸੰਭਾਵਨਾ ਹੈ ਬਦਲੀਆਂ ਬਿਲਕੁਲ ਨਹੀਂ ਕਰਨੀਆਂ ਕਿਉਂਕਿ ਇਸ ਸੀਜ਼ਨ ਦੇ ਵਿੱਚ ਬਦਲੀਆਂ ਹੋਣੀਆਂ ਚਾਹੀਦੀਆਂ। ਹਾਂ ਕੁਝ ਕੁ ਪ੍ਰੋਬਲਮਸ ਹੈਗੀਆਂ, ਉਹਨੂੰ ਕੋਸ਼ਿਸ਼ ਕਰ ਰਹੇ ਕਿ ਇਹਨੂੰ ਸੋਲਵ ਕਰ ਲਈਏ। ਕਈ ਦੂਰ ਜਾਂਦੇ ਉਹ ਬੜੇ ਦੁਖੀ ਹੈ। ਨਹੀਂ ਹੈਗੀ ਆ ਬਟ ਉਹ ਆਨਲਾਈਨ ਦੇ ਵਿੱਚ ਕਈ ਦੇਖੋ ਆਨਲਾਈਨ ਦੇ ਵਿੱਚ ਮੈਨੂੰ ਲੱਗਦਾ 90% ਠੀਕ ਗੱਲਾਂ ਹੈਗੀਆਂ, 10% ਉਹਦੀ ਕਰੈਕਸ਼ਨ ਕਰਕੇ ਤਾਂ ਉਹਦਾ ਸੌਫਟਵੇਅਰ ਜਿਹੜਾ ਆ ਉਹ ਫਿਰ ਉਸ ਹਿਸਾਬ ਨਾਲ ਉਹਨੂੰ ਪਿਕ ਕਰਨ ਲੱਗ ਪਊਗਾ ਐਪਲੀਕੇਸ਼ਨਸ ਨੂੰ। ਅਦਰਵਾਈਜ਼ ਕੀ ਹੁੰਦਾ ਕਿ ਜੋ ਸੌਫਟਵੇਅਰ ਨੂੰ ਫੀਡ ਕੀਤਾ ਹੁੰਦਾ ਅਲਟੀਮੇਟਲੀ ਸੌਫਟਵੇਅਰ ਨੇ ਤਾਂ ਉਹੀ ਕੰਮ ਕਰਨਾ ਜੋ ਬੰਦੇ ਨੇ ਉਹਨੂੰ ਸੋਚ ਦਿੱਤੀ ਹੈਗੀ ਆ। ਸੋ ਉਹਦੇ ਲਈ ਥੋੜ੍ਹਾ ਬਹੁਤਾ ਚੇਂਜਸ ਜਿਹੜੀਆਂ ਉਹਦੇ ਤੇ ਵਰਕ ਕਰ ਰਹੇ ਆ ਵੀ ਤਾਂ ਕਿ ਉਹ ਜਿਹੜੀਆਂ ਠੀਕ ਹੋ ਜਾਣ। ਤੇ ਕੁਛ ਕੁ ਇੱਦਾਂ ਦੀ ਇਸ਼ੂਜ਼ ਵੀ ਹੈਗੇ ਆ ਜਿੱਦਾਂ ਮੰਨ ਲਓ ਬਾਰਡਰ ਏਰੀਏ ਲਈ ਇੱਕ ਬਣਿਆ ਜਿਹੜਾ ਕੈਡਰ ਆ ਤੇ ਉਹ ਬਾਰਡਰ ਏਰੀਏ ਲਈ ਬਣਿਆ, ਉਹਨੂੰ ਪਤਾ ਹੈਗਾ ਵੀ ਹਾਂ ਵੀ ਮੈਂ 3 ਸਾਲ ਬਾਰਡਰ ਏਰੀਏ ਦੇ ਵਿੱਚ ਹੀ ਨੌਕਰੀ ਕਰਨੀ ਆ ਐਂਡ ਉਹਨੂੰ ਕਰਨੀ ਚਾਹੀਦੀ ਆ ਜੇ ਉਹਨੇ ਉਸ ਲਈ ਜੌਬ ਲਈ ਹੈਗੀ ਆ। ਭਰਤੀ ਹੋਣੇ ਕਿਹੜੇ ਸਕੂਲਾਂ ਦੀ ਪ੍ਰਾਇਮਰੀ ਜਿਹੜੇ ਇਹ ਅਲੱਗ-ਅਲੱਗ ਜਿਹੜੇ ਮੈਂ 2022 ਤੱਕ 31 ਮਾਰਚ 2022 ਤੱਕ ਜਿਹੜੀ ਰਿਟਾਇਰਮੈਂਟ ਵੀ ਹੋਣੀ ਆ ਉਹ ਮੈਂ ਸਾਰੀਆਂ ਪੋਸਟਾਂ ਜਿਹੜੀਆਂ ਲੈ ਕੇ ਉਹਦੀ ਐਡਵਰਟਾਈਜ਼ਮੈਂਟ ਜਿਹੜੀ ਉਹ ਕਰਨ ਲੱਗੇ ਹਾਂ। ਔਰ ਜਿਹੜਾ ਦੂਸਰੇ ਸਾਡੇ ਉਹ ਲਗਭਗ 19,000 ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜਾ ਕੋਰਟਸ ਦੇ ਵਿੱਚ ਹੈਗਾ ਉਹਨੂੰ ਅਸੀਂ ਸੌਰਟ ਆਊਟ ਕਰ ਰਹੇ ਹਾਂ ਵੀ ਤਾਂ ਕਿ ਜੇ ਸਾਰੀਆਂ ਯੂਨੀਅਨ ਕਿਉਂਕਿ ਇਹਨਾਂ ਦੀ ਜਿਹੜੀ ਆਪਸ ਵਿੱਚ ਕੰਟਰਾਡਿਕਸ਼ਨ ਹੈ। ਹੁਣ ਸਾਡਾ ਇੱਕ ਮਤਲਬ ਜਿਹੜੇ 2364 ਬੱਚਿਆਂ ਦੀ ਭਰਤੀ ਦਾ ਇੱਕ ਸਟਕ ਹੋ ਗਿਆ ਹਾਈ ਕੋਰਟ 'ਚ। ਹੁਣ ਇੱਕ ਐਸੋਸੀਏਸ਼ਨ ਕਹਿੰਦੀ ਆ ਕਿ ਤੁਸੀਂ ਇਹਨੂੰ ਅੱਗੇ ਚੈਲੰਜ ਕਰੋ, ਇੱਕ ਐਸੋਸੀਏਸ਼ਨ ਕਹਿੰਦੀ ਆ ਕਿ ਤੁਸੀਂ ਫਰੈਸ਼ ਜਿਹੜੀ ਇਹਦੀ ਭਰਤੀ ਕਰ ਲਓ, ਅੱਜ ਦੇ ਰੂਲਾਂ ਦੇ ਮੁਤਾਬਕ ਕਰ ਲਓ। ਅੱਛਾ ਜੇ ਵੀ ਉਹ ਅਸੀਂ ਚੈਲੰਜ ਹੋ ਜਾਂਦੀ ਆ ਤਾਂ ਫਿਰ 5-4 ਸਾਲ ਲੰਘ ਜਾਣਗੇ, ਫਿਰ ਉਹ ਬੱਚੇ ਵਿਚਾਰੇ ਓਵਰਏਜ ਹੋ ਜਾਣਗੇ, ਉਹਨਾਂ ਦੀ ਕੋਈ ਹੋਰ ਸਮੱਸਿਆ ਆ ਜਾਊਗੀ। ਉਦੋਂ ਤੱਕ ਹੋ ਸਕਦਾ ਕਿ ਕਿਉਂਕਿ ਕੰਕਰੈਂਟ ਲਿਸਟ ਆ ਗਵਰਨਮੈਂਟ ਆਫ ਇੰਡੀਆ ਕੋਈ ਰੂਲ ਹੀ ਹੋਰ ਅਮੈਂਡ ਕਰ ਦੇਵੇ। ਕਈ ਮੁਲਾਜ਼ਮ ਇਹ ਵੀ ਗਿਲਾ ਕਰਦੇ ਆ ਤੁਹਾਡੇ ਨਾਲ, ਕਹਿੰਦੇ ਵੀ ਨੱਕ ਨਾਲੋਂ ਪੂੰਝ ਕੇ ਸਰਕਾਰ ਕਰਨ ਨਾਲ ਲਾਈ ਜਾਂਦੀ ਹੈ। ਕਹਿੰਦੇ ਇੱਕ ਪਾਸੇ ਪੇ ਕਮਿਸ਼ਨ ਦੇ ਰਹੇ ਹੋ, ਦੂਜੇ ਪਾਸੇ ਰੂਰਲ ਭੱਤਾ ਘਟਾਤਾ, ਸਾਡਾ ਇੰਕਰੀਮੈਂਟਸ ਘਟਾਤੇ, ਇਹ ਸੱਚ ਹੈ? ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ, ਇੱਦਾਂ ਦੀ ਮੇਰੀ ਨੌਲੇਜ 'ਚ ਕੋਈ ਗੱਲ ਨਹੀਂ ਆਈ। ਇੱਦਾਂ ਦੀ ਕੋਈ ਗੱਲ ਹੋਊਗੀ ਤਾਂ ਡੈਫੀਨੇਟਲੀ ਉਹਦੀ ਕਰੈਕਸ਼ਨ ਕਰਾਂਗੇ। ਦੇਖੋ ਮੈਂ ਅਗੇਨ ਛੋਟੀ ਜੀ ਮੈਂ ਬੜਾ ਪੋਜ਼ਿਟਿਵ ਹੈਗਾ ਕਿ ਜਿਹੜੀ ਗੱਲ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਹੈ। ਜਿਹੜੀ ਗੱਲ ਕਈ ਵਾਰੀ ਅਸੀਂ ਅਨਨੈਸੈਸਰਲੀ ਹੁਣ ਕਈ ਵਾਰੀ ਕੀ ਹੁੰਦਾ, ਹੁਣ ਵੱਡਾ ਡਿਪਾਰਟਮੈਂਟ ਹੈ, ਹੁਣ ਕਈ ਬੰਦੇ ਆਉਂਦੇ ਨੇ ਮੇਰਾ ਜੀ ਇੰਕਰੀਮੈਂਟ ਨਹੀਂ ਲੱਗਾ ਯਾਰ, ਹੁਣ ਇਟ ਇਜ਼ ਨਾਟ ਦਾ ਜੌਬ ਆਫ ਦਾ ਮਿਨਿਸਟਰ। ਤੁਹਾਨੂੰ ਇਹ ਲੱਗਦਾ ਨਹੀਂ ਪ੍ਰਗਟ ਸਿੰਘ ਜੀ ਕਿ ਜੋ ਪੰਜਾਬ ਦੇ ਵਿੱਚ ਐਜੂਕੇਸ਼ਨ ਮਿਨਿਸਟਰੀ ਬਾਰੇ ਚਰਚਾ ਚੱਲਦੀ, ਕਹਿੰਦੇ ਇਹ ਮਰਿਆ ਸੱਪ ਹੈ,
ਜਿਹਦੇ ਗੱਲ 'ਚ ਪੈ ਗਿਆ ਕਹਿੰਦੇ ਵੀ ਇਹ ਦੇਖੋ ਔਖਾ ਮੈਂ ਬਹੁਤ ਹੈ। ਇਸ ਕਰਕੇ ਲਿਆ ਹੈਗਾ ਕਿ ਜੇ ਦੇਖੋ 4 ਸੜਕਾਂ ਘੱਟ ਬਣਾ ਲਈਏ, 4 ਪੁਲ ਘੱਟ ਬਣਾ ਲਈਏ, ਦੂਰੋਂ ਹੋ ਕੇ ਆ ਜਾਾਂਗੇ, ਪਰ ਜੇ ਇਹਨਾਂ ਨਿਆਣਿਆਂ ਨੂੰ ਸਮੇਂ ਦਾ ਹਾਣੀ ਨਾ ਬਣਾ ਸਕੇ। ਚੈਲੰਜ ਮੰਨਿਆ ਤੁਸੀਂ? ਹਾਂ ਬਿਲਕੁਲ, ਡੈਫੀਨੇਟਲੀ ਮੈਂ ਹਮੇਸ਼ਾ ਚੈਲੰਜ ਲੈਣਾ ਹੈਗਾ। ਮੈਂ ਤਾਂ ਚੈਲੰਜ ਹੀ ਅੱਜ ਤੱਕ ਐਕਸੈਪਟ ਕੀਤੇ ਆ, ਹੋਰ ਮੈਂ ਕੀਤਾ ਕੀ ਆ? ਕਿਉਂਕਿ ਮੈਨੂੰ ਮਜ਼ਾ ਆਉਂਦਾ ਇਸ ਲਈ ਵੀ ਯਾਰ ਇਹਦੇ ਵਿੱਚ ਚੈਲੰਜ। ਧਾਰਨਾ ਇਹ ਵੀ ਕਹਿੰਦੇ ਜਿਹੜਾ ਬੰਦਾ ਪੰਜਾਬ 'ਚ ਐਜੂਕੇਸ਼ਨ ਮਿਨਿਸਟਰ ਬਣਦਾ ਉਹ ਹਾਰ ਜਾਂਦਾ। ਉਹ ਵੀ ਕੋਈ ਗੱਲ ਨਹੀਂ, ਜੇ ਮੇਰੀ ਡੈਸਟਨੀ ਇਹ ਹੋਊਗੀ, ਜੇ ਮੇਰੀ ਡੈਸਟਨੀ ਇਹ ਹੋਊਗੀ ਤਾਂ ਫਿਰ ਉਹਨੂੰ ਤੁਹਾਡੇ ਹਿਸਾਬ ਨਾਲ ਤੁਸੀਂ ਚੇਂਜ ਕਰ ਸਕਦੇ, ਨਾ ਮੈਂ ਚੇਂਜ ਕਰ ਸਕਦਾ, ਉਹ ਤਾਂ ਕੋਈ ਚੇਂਜ ਨਹੀਂ ਕਰ ਸਕਦਾ। ਮੈਂ ਅੱਜ ਤੱਕ ਜਿੰਨੇ ਕੰਮ ਕੀਤੇ ਆ ਉਹਨੂੰ ਜਿੰਨੀ ਮੇਰੀ ਸਮਝ ਹੈਗੀ ਆ, ਜਿੰਨੀ ਮੇਰੀ ਕਪੈਸਿਟੀ ਹੈਗੀ ਆ, ਮੈਂ ਉਹਦੇ ਮੁਤਾਬਕ ਕੀਤੇ ਆ ਔਰ ਬਾਕੀ ਉਹਦੇ ਉੱਤੇ ਛੱਡ ਦਿੱਤਾ। ਕਿਉਂਕਿ ਐਕਚੁਅਲੀ ਇੱਕ ਡੈਸਟਨੀ ਆ, ਬੰਦੇ ਨੂੰ ਇੱਕ ਗੱਲ ਦੀ ਸਮਝ ਆ ਜਾਣੀ ਚਾਹੀਦੀ ਆ ਕਿ ਉਹਦੇ ਬਿਨਾਂ ਪੱਤਾ ਨਹੀਂ ਹਿਲਦਾ ਜੀ, ਠੀਕ ਹੈ ਨਾ। ਫਿਰ ਉਹਦੇ ਵਿੱਚ ਤੂੰ ਤੇ ਮੈਂ ਵਾਲੀ ਗੱਲ ਹੈ ਨਹੀਂ, ਰਹਿ ਨਹੀਂ ਜਾਂਦੀ, ਉਹਦੇ ਵਿੱਚ ਰਹਿ ਨਹੀਂ ਜਾਂਦਾ। ਕੱਲ ਦੇ ਪ੍ਰੋਗਰਾਮ ਬਾਰੇ ਦੱਸ ਦਿਓ, ਸੀਐਮ ਸਾਹਿਬ ਆ ਰਹੇ ਆ, ਕਿਸ ਸੰਦਰਭ 'ਚ ਹੈ? ਕੱਲ ਬੇਸਿਕਲੀ ਸਟੇਟ ਲੈਵਲ ਫੰਕਸ਼ਨ ਹੈਗਾ ਸਾਡੇ, ਔਰ ਜਿਹਦੇ ਵਿੱਚ ਸਿੱਧੂ ਸਾਹਿਬ ਵੀ ਆ ਰਹੇ ਆ ਜੀ, ਸੀਐਮ ਸਾਹਿਬ ਵੀ ਆ ਰਹੇ ਆ, ਔਰ ਸਾਡੇ ਕੰਪੇਨ ਕਮੇਟੀ ਦੇ ਚੇਅਰਮੈਨ ਜਾਖੜ ਸਾਹਿਬ ਵੀ ਆ ਰਹੇ ਆ। ਸੋ ਸਾਡੀ ਜਲੰਧਰ ਦੀ ਰੈਲੀ ਆ, ਕਿਉਂਕਿ ਜਲੰਧਰ ਦੀ ਰੈਲੀ ਜਿਹੜੀ ਉਹ ਪੈਂਡਿੰਗ ਸੀਗੀ ਜੀ, ਸੋ ਅਸੀਂ ਉਹ ਕੱਲ ਨੂੰ ਜਿਹੜਾ ਉਹ ਕਰ ਰਹੇ ਆ। ਸਿੱਧੂ ਸਾਹਿਬ ਦਾ ਆਖਰੀ ਸਵਾਲ ਹੈ, ਸਭ ਕੁਝ ਠੀਕ ਚੱਲ ਰਿਹਾ? ਅੱਜ ਵੀ ਅਖਬਾਰਾਂ ਨੇ ਰਿਪੋਰਟ ਕੀਤਾ ਵੀ ਕੱਲ ਵੀ ਕਹਿੰਦੇ ਚੋਣ ਕਮੇਟੀ ਦੀ ਬੈਠਕ 'ਚ ਰੌਲਾ ਰੱਪਾ ਕਾਫੀ ਪੈ ਗਿਆ। ਕੋਈ ਇਹੋ ਜਿਹੀ ਗੱਲ ਨਹੀਂ, ਬਿਲਕੁਲ ਠੀਕ ਠਾਕ ਹੈ। ਅਸੀਂ ਸਾਰੇ ਚੋਣ ਕਮੇਟੀ ਦੇ ਵਿੱਚ ਬੈਠੇ ਸੀ, ਸਾਰਿਆਂ ਨੇ ਆਪਣੇ ਆਪਣੇ ਵਿਊ ਦੇ। ਦੇਖੋ ਮੈਂ ਇਹ ਸਮਝਦਾ ਹੁੰਦਾ ਡੈਮੋਕ੍ਰੇਸੀ ਜਿਹੜੀ ਸਭ ਤੋਂ ਵਧੀਆ ਹੁੰਦੀ ਹੈ ਜਿਹੜਾ ਆਪਣਾ ਵਿਊ ਪੁਆਇੰਟ ਰੱਖੇ, ਜਾਣਾ ਚਾਹੀਦਾ, ਨਹੀਂ ਤਾਂ ਉਹ ਡੈਡ ਵੁੱਡ ਹੁੰਦੀ ਆ। ਮੈਂ ਨਹੀਂ ਸਮਝਦਾ ਖਾਸ ਤੌਰ ਤੇ ਜਿਹੜੀ ਬੰਦ ਕਮਰਾ ਬੈਠਕ ਉੱਥੇ ਤਾਂ ਇਹ ਚਰਚਾ ਹੋਣੀ। ਹਾਂ ਬਿਲਕੁਲ ਹੋਣੀ ਚਾਹੀਦੀ ਹੈ। ਅਸੀਂ ਤਾਂ ਮੈਂ ਤਾਂ ਜਦੋਂ ਅਸੀਂ ਸਪੋਰਟਸ ਦੀ ਕਿਤੇ ਡਿਸਕਸ਼ਨ ਕਰਦੇ ਹੁੰਦੇ ਸੀ ਤਾਂ ਅਸੀਂ ਤਾਂ ਗਾਲੋ ਗਾਲੀ ਵੀ ਹੋ ਲੈਂਦੇ ਸੀ, ਐਡੀ ਕਿਹੜੀ ਗੱਲ ਹੈ। ਯੈਸ, ਕਿਉਂਕਿ ਉਹ ਸਪਿਰਿਟ ਹੋਣੀ ਚਾਹੀਦੀ, ਉਹਦੇ ਨਾਲ ਉਹ ਸਪਿਰਿਟ ਬਣਦੀ ਆ। ਤੁਹਾਡਾ ਵਿਊ ਪੁਆਇੰਟ ਤੁਸੀਂ ਇੱਕ ਨਜ਼ਰੀਏ ਤੋਂ ਦੇਖਦੇ ਆ, ਮੇਰਾ ਵਿਊ ਪੁਆਇੰਟ ਮੈਂ ਇੱਕ ਨਜ਼ਰੀਏ ਤੋਂ ਦੇਖਦਾ। ਜਦੋਂ ਉਹਦੇ ਚੋਂ ਕਲੈਕਟਿਵ ਹੁੰਦੀ ਆ ਤਾਂ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਪਿਕ ਹੋ ਕੇ, ਜੇ ਤੁਸੀਂ ਕਹੋਗੇ ਜੀ ਸਾਰਾ ਕੁਝ ਠੀਕ ਆ, ਮੈਂ ਕਹੂੰਗਾ ਜੀ ਸਾਰਾ ਕੁਝ ਠੀਕ ਆ, ਪਰ ਸਾਰਾ ਕੁਝ ਠੀਕ ਨਹੀਂ ਹੁੰਦਾ ਜੀ। ਇਟ ਇਜ਼ ਔਨਗੋਇੰਗ ਪ੍ਰੋਸੈਸ ਡੈਫੀਨੇਟਲੀ। ਸੋ ਇਹਦੇ ਵਿੱਚ ਸਾਨੂੰ ਇਦਾਂ ਦੇ ਡਿਸੀਜਨ ਜਿਹੜੇ ਲੈਣ ਦੀ ਜ਼ਰੂਰਤ ਹੈਗੀ। ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਲਈ।